ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੇ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਨ ਆਗੈ ਨਹ ਥਿਰ ਹੁਐ ਕੋ। ਕੋਟ ਮਧੇ ਵਿਰਲਾ ਕੋਹ। ਜਗ ਮਹਿ ਕਰੀ ਲਥੇਰ ਪਥੇਰਾ। ਕਿਸ ਹੋ ਮਹਿ ਧੀਰਜ ਨਹਿ ਹੇਰਾ। ਇਨ ਆਗੈ ਨਹ ਥਿਰ ਹੁਐ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਗੁਰੂ ਕੀਆਂ ਸੰਗਤਾਂ ਸੰਧਿਆ ਦੇ ਸਮੇਂ ਤੋਂ ਹੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰੂ ਸਾਹਿਬ ਜੀ ਦੀ ਧੁਰ ਕੀ ਬਾਣੀ ਦੇ ਜਾਪ ਹੋਏ ਹੈ। ਬੇਅੰਤ ਸੰਗਤਾਂ ਨੇ ਬਾਣੀ ਸਰਵਣ ਕਰਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਉਸ ਤੋਂ ਉਪਰੰਤ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਲੜੀਵਾਰ ਪਾਵਨ ਪਵਿੱਤਰ ਕਥਾ ਕੁਝ ਮਹੀਨਿਆਂ ਤੋਂ ਚੱਲ ਰਹੀ ਹੈ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਸਤਿਗੁਰੂ ਜੀ ਤੀਰਥਾਂ ਦਾ ਬਹਾਨਾ ਬਣਾ ਕਰਕੇ ਜਿੰਨੇ ਵੀ ਸਨਾਤਨ ਮਤ ਦੇ ਤੀਰਥ ਹੈ ਮੁੱਖ ਮੁੱਖ ਤਕਰੀਬਨ ਸਾਰੇ ਜਿੱਥੇ ਕਿ ਕਾਂਸ਼ੀ ਹਰਿਦੁਆਰ ਕੁਰੂਸ਼ੇਤਰ ਫਿਰ ਜਗਨਨਾਥਪੁਰੀ ਇਸ ਸਨਾਤਨ ਮਤ ਦੇ ਬਹੁਤ ਵੱਡੇ ਤੀਰਥ ਹਨ ਜਿਨ੍ਹਾਂ ਦੇ ਇਕੱਠ ਅੱਜ ਵੀ ਸਮੇਂ ਸਮੇਂ ਨਾਲ ਬਹੁਤ ਲੱਗਦਾ ਹੈ। ਅਤੇ ਉਸ ਵੇਲੇ ਵੀ ਇਸੇ ਤਰ੍ਹਾਂ ਹੀ ਸੀ।
ਗੁਰੂ ਸਾਹਿਬ ਜੀ ਜਗਨਨਾਥਪੁਰੀ ਗਏ, ਜਿੱਥੋਂ ਦੇ ਜਿਹੜੇ ਪੰਡੇ ਲੋਕ ਰੋਜ਼ ਹੀ ਜਗਨਨਾਥ ਮੰਦਰ ਅੰਦਰ ਆਰਤੀ ਕਰਿਆ ਕਰਦੇ ਸੀ। ਗੁਰੂ ਸਾਹਿਬ ਜੀ ਕੌਤਕ ਕਰਨ ਵਾਸਤੇ ਜੋ ਕ੍ਰਿਸ਼ਨ ਭਗਵਾਨ ਜੀ ਦਾ ਮੰਦਰ ਹੈ ਜਗਨਨਾਥ, ਇਹਦੇ ਬਾਹਰਲੇ ਦਰਵਾਜ਼ੇ 'ਤੇ ਜਾ ਬੈਠੇ। ਜਦੋਂ ਸ਼ਾਮ ਦਾ ਵੇਲਾ ਹੋਇਆ ਤੇ ਸਾਰੇ ਪੰਡਤ ਪੁਜਾਰੀ ਆ ਗਏ, ਮਿਲ ਜੁਲ ਕੇ ਆਰਤੀ ਸ਼ੁਰੂ ਕਰ ਦਿੱਤੀ ਮੂਰਤੀ ਅੱਗੇ। ਗੁਰੂ ਸਾਹਿਬ ਜੀ ਮੌਜ ਦੇ ਮਾਲਕ ਉੱਠੇ ਨਹੀਂ ਹੈ ਦਰਵਾਜ਼ੇ ਵਿੱਚੋਂ, ਨਾ ਕੁਝ ਬੋਲੇ ਹੀ ਹੈ। ਇਹ ਕੁਝ ਵੇਖ ਕੇ ਪੰਡਿਆਂ ਨੂੰ ਬੜਾ ਗੁੱਸਾ ਆਇਆ। ਕਹਿਣ ਲੱਗੇ ਵੀ ਤੂੰ ਕੌਣ ਹੈ ਤੇ ਕਿੱਥੋਂ ਆਇਆ ਇਹੋ ਜਿਹਾ ਬੇਸਮਝ, ਜਿਹੜਾ ਵੀ ਭਗਵਾਨ ਦਾ ਕੋਈ ਭੈਜ ਨਹੀਂ ਕੀਤਾ, ਪ੍ਰੇਮ ਹੀ ਨਹੀਂ ਕੀਤਾ, ਆਰਤੀ ਵਿੱਚ ਸ਼ਾਮਲ ਹੀ ਨਹੀਂ ਹੋਇਆ ਹੈ, ਤੂੰ ਕੌਣ ਹੈ? ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇਹ ਪੰਡਤੋ, ਜਿਹੜੀ ਤੁਸੀਂ ਆਰਤੀ ਕਰ ਰਹੇ ਹੋ, ਇਹ ਆਰਤੀ ਤੇ ਬਹੁਤ ਛੋਟੀ ਆਰਤੀ ਹੈ। 2-4 ਥਾਲ ਵਿੱਚ ਦੀਵੇ ਰੱਖ ਲਏ, ਮੋਤੀ 4 ਰੱਖ ਲਏ, ਐਵੇਂ ਹੱਥ ਜੇ ਨਾਲ ਹਿਲਾ ਦਿੱਤਾ ਥਾੜੀ ਨੂੰ ਤੇ ਕਹਿਣ ਲੱਗੇ ਵੀ ਆਰਤੀ ਕਰ ਰਹੇ ਹਾਂ। ਅਸੀਂ ਤੇ ਜੋ ਸਦੀ ਵੀ ਕਾਲ ਹਮੇਸ਼ਾ ਹੀ ਉਸ ਪਰਮੇਸ਼ਰ ਦੀ ਆਰਤੀ ਹੋ ਰਹੀ ਹੈ, ਉਸ ਵਿੱਚ ਸ਼ਾਮਲ ਹੁੰਦੇ ਹਾਂ ਤੇ ਨਾਲੇ ਖੜੇ ਹੋ ਕੇ ਉਸ ਆਰਤੀ ਨੂੰ ਪੜ੍ਹਦੇ ਵੀ ਹਾਂ। ਇੱਕ ਰਸ ਉਹ ਆਰਤੀ ਹੋ ਰਹੀ ਹੈ, ਉਸ ਆਰਤੀ ਨੂੰ ਅਸੀਂ ਪਹਿਚਾਣਦੇ ਮੰਨਦੇ ਹਾਂ। ਆਹ ਜਿਹੜੀ ਆਰਤੀ ਤੁਸੀਂ ਕਰਦੇ ਇਹ ਨਹੀਂ ਅਸੀਂ ਜਾਣਦੇ, ਇਹ ਤਾਂ ਬਹੁਤ ਤੁੱਛ ਆਰਤੀ ਹੈ, ਥੋੜ੍ਹੀ ਸਮੱਗਰੀ ਰੱਖ ਕੇ। ਫਿਰ ਇਹ ਕਹਿਣ ਲੱਗੇ ਵੀ ਤੁਸੀਂ ਕਿਹੜੀ ਆਰਤੀ ਜਿਹੜੇ ਕਰਦੇ ਹੋ, ਕੈਸੀ ਉਹ ਆਰਤੀ ਹੋ ਰਹੀ ਹੈ, ਸਾਨੂੰ ਵੀ ਦੱਸੋ, ਸਾਨੂੰ ਪਤਾ ਲੱਗੇ। ਫਿਰ ਗੁਰੂ ਸਾਹਿਬ ਜੀ ਨੇ ਧਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਵੀ ਆਹ ਜਿਹੜਾ ਆਕਾਸ਼ ਹੈ, ਆਕਾਸ਼ ਰੂਪ ਥਾਲ ਹੈ ਗੋਲਾਕਾਰ, ਸੂਰਜ ਦੇ ਚੰਦਰਮਾ ਦੇ ਵਿੱਚ ਦੀਵੇ ਬਣੇ ਰੱਖੇ ਹੋਏ ਹੈ। ਜੋ ਸਮੂਹ ਹੈ ਤਾਰਿਆਂ ਦਾ ਤਾਰਾ ਮੰਡਲ, ਇਹ ਇਸ ਆਕਾਸ਼ ਰੂਪੀ ਥਾਲ ਵਿੱਚ ਮੋਤੀ ਜਨਕ ਜੜੇ ਹੋਏ ਜਾਂ ਜਾਣੋ ਤੇ ਮੋਤੀ ਵਿੱਚ ਰੱਖੇ ਹੋਏ ਹੈ। ਜਿਹੜਾ ਮਲਿਆਗਰ ਨਾਮੇ ਪਹਾੜ ਹੈ, ਜੇ ਤੇ ਚੰਦਨ ਦੇ ਸਾਰੇ ਬ੍ਰਿਸ਼ ਹੈ, ਹੋਰ ਵੀ ਜਿਹੜੇ ਨਾਲ ਕੋਈ ਬੂਟੀਆਂ ਬ੍ਰਿਸ਼ ਹੈ, ਉਹ ਚੰਦਨ ਦਾ ਰੂਪ ਹੋਏ ਪਏ। ਜਦੋਂ ਹਵਾ ਆਉਂਦੀ ਤਾਂ ਉਹਦੀ ਸੁਗੰਧੀ ਜਿਹੜੀ ਫੈਲ ਰਹੀ ਹੈ, ਇਹ ਪਰਮੇਸ਼ਰ ਨੂੰ ਧੂਪ ਹੋ ਰਹੀ ਹੈ। ਜਾਂ ਜਦੋਂ ਵਾਂਸ ਆਪੋ ਵਿੱਚ ਹੀ ਟਕਰਾ ਕੇ ਆਨ ਲੋ ਕਹੀਏ ਅੱਗ ਲੱਗ ਜਾਂਦੀ ਹੈ, ਉਹ ਫਿਰ ਜਿੰਨੇ ਬ੍ਰਿਸ਼ ਸੜਦੇ ਆ ਤੇ ਉਹ ਬ੍ਰਿਸ਼ ਸੜ ਕੇ ਜਿਹੜਾ ਅਗਨੀ ਤੋਂ ਬਾਅਦ ਧੂੰਆਂ ਨਿਕਲਦਾ, ਇਹੀ ਉਸ ਪਰਮੇਸ਼ਰ ਨੂੰ ਧੂਪ ਹੋ ਰਹੀ ਹੈ। ਹਵਾ ਜਿਹੜੀ ਹੈ ਜੋ ਝੁੱਲ ਰਹੀ ਹੈ, ਇਹ ਚਵਰ ਕਰ ਰਹੀ ਹੈ। ਬ੍ਰਿਸ਼ ਜਦੋਂ ਨਿਵਦੇ ਹੈ, ਇੱਧਰ ਉੱਧਰ ਝੂਲਦੇ ਝੁਕ ਝੁਕ ਕੇ ਚੌਰ ਸਾਹਿਬ ਕਰ ਰਹੇ ਹੈ। ਸਾਰੀ ਹਵਾ ਚਵਰ ਕਰ ਰਹੀ ਹੈ। ਸਗਲ ਬਨ ਰਾਏ, ਸਗਲ ਸਾਰੇ ਬਨਸਪਤੀ ਰਾਜਾ ਰੂਪ ਜੋ ਜੋਤੀ ਰੂਪ ਪਰਮੇਸ਼ਰ ਹੈ, ਉਸ ਨੂੰ ਫੁਲੰਤ ਕਈ ਫੁੱਲ ਭੇਟਾ ਕਰ ਰਹੀ ਹੈ। ਵੀ ਜਦੋਂ ਹਵਾ ਆ ਕੇ ਫੁੱਲ ਡਿੱਗਦੇ ਥੱਲੇ, ਇਹ ਪਰਮੇਸ਼ਰ ਨੂੰ ਭੇਟਾ ਹੋ ਰਹੇ ਹੈ। ਆਰਤੀ ਵਿੱਚ ਜੋ ਲੱਗੇ ਆ ਉਹ ਵੀ ਭੇਟਾ ਹੋ ਰਹੇ ਹੈ। ਤੇ ਕੈਸੀ ਆਰਤੀ ਹੋਏ, ਇਹ ਪਰਮੇਸ਼ਰ ਤੇਰੀ ਕੈਸੀ ਆਰਤੀ ਹੋਏ। ਇਹ ਜਿਹੜੀ ਆਰਤੀ ਕਰੇ ਤੇ ਕੁਝ ਵੀ ਆਰਤੀ ਨਹੀਂ, ਛੋਟੀ ਆਰਤੀ ਹੈ। ਇਹ ਸੰਸਾਰ ਨੂੰ ਖੰਡਣ ਵਾਲੇ, ਸੰਸਾਰ ਦੇ ਦੁੱਖਾਂ ਨੂੰ ਟੋਟੇ ਟੋਟੇ ਕਰਨ ਵਾਲੇ, ਤੇਰੀ ਆਰਤੀ ਜੋ ਅਸਲ ਰੂਪ ਅਸਾਂ ਨੇ ਕਹੀ ਹੈ, ਇਹ ਤੇਰੀ ਆਰਤੀ ਹੋ ਰਹੀ ਹੈ। ਇਹ ਯਥਾਰਥ ਤੇਰੀ ਆਰਤੀ ਹੈ, ਪ੍ਰਤੱਖ ਮਹਾਨ ਤੇਰੀ ਆਰਤੀ ਹੈ। ਜੋ ਇੱਕ ਰਸ ਸਤਿਨਾਮ ਵਾਹਿਗੁਰੂ ਦਾ ਸ਼ਬਦ ਆਵਾਜ਼ਾਂ ਹੋ ਰਿਹਾ ਹੈ, ਇਹੋ ਆਵਾਜ਼ੰਤ ਭੇਰੀ ਭੇਰੀਆਂ ਵੱਜ ਰਹੀਆਂ ਹੈ। ਫਿਰ ਕਹਿੰਦੇ ਜਸ ਕਰਦਿਆਂ, ਹੇ ਪਰਮੇਸ਼ਰ ਤੇਰਾ
ਸਰਗੁਣ ਸਰੂਪ ਵਿੱਚ ਤੇਰੇ ਹਜ਼ਾਰਾਂ ਹੀ ਨੇਤਰ ਹੈ, ਨਿਰਗੁਣ ਸਰੂਪ ਵਿੱਚ ਤੇਰਾ ਕੋਈ ਨੇਤਰ ਨਹੀਂ ਹੈ। ਸਰਗੁਣ ਸਰੂਪ ਵਿੱਚ ਤੇਰੇ ਹਜ਼ਾਰਾਂ ਹੀ ਮੂਰਤਾਂ ਹਨ, ਸਰੂਪ ਹੈ। ਨਿਰਗੁਣ ਸਰੂਪ ਵਿੱਚ ਤੇਰੀ ਕੋਈ ਮੂਰਤ ਨਹੀਂ ਹੈ। ਸਰਗੁਣ ਸਰੂਪ ਵਿੱਚ ਤੇਰੇ ਉੱਜਲ ਚਰਨ ਹਜ਼ਾਰਾਂ ਹੀ ਹੈ, ਨਿਰਗੁਣ ਸਰੂਪ ਵਿੱਚ ਤੇਰਾ ਇੱਕ ਵੀ ਚਰਨ ਨਹੀਂ ਹੈ। ਤੇ ਇਹ ਜਿਹੜੇ ਤੇਰੇ ਕੰਨ ਨੱਕ ਹੈ, ਇਹ ਵੀ ਤੇਰੇ ਸਰਗੁਣ ਸਰੂਪ ਵਿੱਚ ਬੇਅੰਤੀ ਹੈ, ਉਂਝ ਤੇਰਾ ਕੋਈ ਨੱਕ ਨਹੀਂ ਹੈ ਨਿਰਗੁਣ ਸਰੂਪ ਵਿੱਚ। ਇਹ ਤੇਰੇ ਐਸੇ ਕੌਤਕ ਦੇਖ ਕੇ ਮੇਰੀ ਜਿਹੜੀ ਬੁੱਧੀ ਹੈ ਇਹ ਪਰਮੇਸ਼ਰ ਮੋਹੀ ਜਾ ਰਹੀ ਹੈ, ਲੁਭਾਇਮਾਨ ਹੋ ਰਹੀ ਹੈ। ਖਟ ਜੋਤੀਆਂ ਵਿੱਚ ਸਾਰਿਆਂ ਜੀਵਾਂ ਵਿੱਚ ਜਿਹੜੀ ਜੋਤ ਹੈ ਚੇਤਨ ਸੱਤਾ ਦੀ, ਉਹ ਜੋਤ ਹੈ ਸੋ ਉਸ ਪਰਮੇਸ਼ਰ ਦੀ ਹੀ ਜੋਤ ਹੈ। ਤਿਸ ਕੈ ਚਾਨਣ, ਉਸ ਪਰਮੇਸ਼ਰ ਦੇ ਚਾਨਣ ਚੇਤਨ ਸੱਤਾ ਰੂਪੀ ਜੋਤ ਨਾਲ ਹੀ ਸਾਰਿਆਂ ਵਿੱਚ ਚਾਨਣ ਹੋ ਰਿਹਾ ਹੈ। ਸੂਰਜ ਵਿੱਚ ਵੀ, ਚੰਦਰਮਾ ਵਿੱਚ ਵੀ, ਅੱਗ, ਬਿਜਲੀ, ਬੁੱਧੀ, ਜੁਗਨੂ, ਇਹ ਸਾਰੇ ਪਰਮੇਸ਼ਰ ਦਾ ਹੀ ਪ੍ਰਕਾਸ਼ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਨਾਲ ਹੀ ਉਹ ਜੋਤ ਪ੍ਰਗਟ ਪ੍ਰਤੱਖ ਹੁੰਦੀ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ, ਜੋ ਉਸ ਪਰਮੇਸ਼ਰ ਨੂੰ ਭਾ ਜਾਣਾ, ਚੰਗੇ ਲੱਗ ਜਾਣਾ, ਇਹੋ ਆਰਤੀ ਹੋ ਰਹੀ ਹੈ, ਅਸਲ ਇਹੀ ਆਰਤੀ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਵਾਹਿਗੁਰੂ ਦੇ ਜਿਹੜੇ ਚਰਨ ਕਮਲ ਹੈ ਉਹਨਾਂ ਦੀ ਜੋ ਧੂੜੀ ਹੈ ਮਕਰੰਦ, ਮੇਰਾ ਮਨ ਰੂਪੀ ਭੌਰਾ ਜਿਹੜਾ ਲੁਭਾਇਮਾਨ ਹੋ ਰਿਹਾ ਹੈ। ਆਨੰਦ ਦਿਨੋਂ ਮੋਹੇ ਆਹੀ ਪਿਆਸਾ, ਰਾਤ ਦਿਨ ਮੈਨੂੰ ਇਹੀ ਪਿਆਸ ਲੱਗੀ ਹੋਈ ਹੈ ਕਿ ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ। ਮੈਂ ਨਾਨਕ ਬਬੀਹੇ ਨੂੰ ਆਪਣੀ ਕਿਰਪਾ ਰੂਪੀ ਜਲ ਦੇਹ ਪਰਮੇਸ਼ਰ ਹੋਏ ਜਾ ਦਿੱਤੀ ਰਹਿ ਨਾਮ ਵਾਸਾ, ਜਿਸ ਕਰਕੇ ਤੇਰੇ ਨਾਮ ਦਾ ਵਾਸਾ ਹੋ ਜਾਏ। ਇਹ ਸ਼ਬਦ ਉਚਾਰਨ ਕੀਤਾ ਸਤਿਗੁਰੂ ਜੀ ਨੇ। ਇਹ ਕੁਝ ਸੁਣ ਕੇ ਸਾਰੇ ਪੰਡਤ ਜਿਹੜੇ ਹੈ ਉਹ ਚੁੱਪ ਕਰ ਗਏ, ਕਹਿਣ ਲੱਗੇ ਵੀ ਜੋ ਇਹਨਾਂ ਨੇ ਕਿਹਾ ਬਿਲਕੁਲ ਸੱਚ ਹੀ ਕਿਹਾ ਹੈ। ਫਿਰ ਚਰਨੀ ਆਣ ਕੇ ਸਭ ਡਿੱਗੇ ਸਨ। ਉੱਥੋਂ ਸਤਿਗੁਰੂ ਜੀ 2 ਦਿਨ ਡੇਰਾ ਕੀਤਾ, ਜਿੱਥੇ ਮੰਗੂ ਮੱਟ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਛੋਟਾ ਜਿਹਾ ਸਥਾਨ ਹੈ ਉਹ ਮੰਦਿਰ ਦੇ ਸਾਹਮਣੇ, ਮੰਦਿਰ ਬਹੁਤ ਤਗੜਾ ਹੈ। ਫਿਰ ਉਸ ਤੋਂ ਬਾਅਦ ਮਹਾਰਾਜ ਬੌਲੀ ਸਾਹਿਬ ਵਾਲੇ ਸਥਾਨ 'ਤੇ ਗਏ, ਜਿੱਥੇ ਇੱਕ ਬਘਿਆੜ ਨੇ ਮੁਰਦੇ ਨੂੰ ਜਿਹੜਾ ਸੀ ਛੱਡ ਦਿੱਤਾ, ਨਹੀਂ ਸੀ ਖਾਧਾ। ਉਹਦੇ ਵਿੱਚ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਨਾਮ ਦੀ ਮਹਿਮਾ ਜਣਾਉਂਦੇ ਹੋਏ, ਸੇਵਾ ਦੀ ਮਹਾਨਤਾ ਦੱਸਦੇ ਹੋਏ ਵੀ ਵਿਣ ਸੇਵਾ ਤੇਰੇ ਹੱਥ ਪੈਰ ਹੋਰ ਨਿਹਫਲ ਕਰਨੀ, ਕਿ ਗੁਰੂ ਪੀਰਾਂ ਦੀ ਸੇਵਾ ਤੋਂ ਬਿਨਾਂ ਜਿਹੜਾ ਇਹ ਸਰੀਰ ਹੈ ਨਿਸਫਲ ਹੀ ਹੈ। ਫਿਰ ਮਹਾਰਾਜ ਜਿਵੇਂ ਕਲਯੁਗ ਆਇਆ, ਇਸ ਨੇ ਬੜੇ ਆਪਣੇ ਕਰਤੱਵ ਦਿਖਾਏ, ਹਨੇਰ ਵਗਾ ਦਿੱਤਾ, ਰੁੱਖ ਪੁੱਟ ਕੇ ਸੁੱਟ ਦਿੱਤੇ, ਸਰੂਪ ਧਾਰ ਲਿਆ, ਰੂਪ ਧਾਰ ਲਿਆ ਐਸਾ, ਸਿਰ ਆਕਾਸ਼ ਨੂੰ ਲਾਇਆ ਹੈ, ਪੈਰ ਜਿਹੜੇ ਪਤਾਲ ਤੱਕ ਘੱਲੇ, ਇੰਨਾ ਤਕੜਾ ਭਿਆਨਕ ਰੂਪ, ਲੰਬੇ ਲੰਬੇ ਦੰਦ ਡਰਾਉਣੇ, ਅੱਖਾਂ ਤੇ ਨੱਕ ਦੇ ਜਿਹੜੇ ਨੱਕ ਤੇ ਕੰਨਾਂ ਦੇ ਸੁਰਾਖ, ਮੋਹਰੀਆਂ, ਬੜੇ ਖੂਹਾਂ ਦੇ ਖੂਹ ਹੀ ਇੰਨੇ ਖੂਹ ਵਾਂਗ। ਇਹ ਕੁਝ ਦੇਖ ਕੇ ਭਾਈ ਮਰਦਾਨਾ ਦੇ ਬਹੁਤ ਡਰ ਡੁਰ ਗਿਆ ਹੈ। ਕਹਿਣ ਲੱਗਾ ਸਤਿਗੁਰੂ ਜੀ, ਚੰਗਾ ਭਲਾ ਸ਼ਹਿਰਾਂ ਵਿੱਚ ਰਹਿੰਦੇ ਸੀ, ਆ ਤੁਸੀਂ ਜੰਗਲ ਵਿੱਚ ਲਿਆ ਕੇ ਮਾਰ ਦਿੱਤਾ ਸਾਨੂੰ, ਹੁਣ ਨਹੀਂ ਬਚਦੇ। ਹਨੇਰ ਤੋਂ ਬਚ ਗਏ ਆ, ਦੈਨ ਤੋਂ ਨਹੀਂ ਬਚਦੇ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਮਰਦਾਨਾ ਕੁਝ ਨਹੀਂ ਹੈ, ਕੁਝ ਨਹੀਂ ਕਹੇਗਾ ਤੈਨੂੰ। ਇਹਨਾਂ ਨੂੰ ਕਲਯੁਗ ਨੇ ਜਿਹੜਾ ਆਪਣਾ ਅੱਗ ਦਾ ਰੂਪ ਧਾਰ ਲਿਆ ਅਤੇ ਬਹੁਤ ਧੂੰਆਂ ਹੀ ਧੂੰਆਂ ਕਰ ਦਿੱਤਾ। ਫਿਰ ਉਸ ਤੋਂ ਬਾਅਦ ਜਿਹੜਾ ਇਸ ਨੇ ਜਾਣਿਆ ਵੀ ਇਹ ਪਰਮੇਸ਼ਰ ਰੂਪ ਹੈ ਗੁਰੂ ਨਾਨਕ ਸਾਹਿਬ, ਇਹਨਾਂ 'ਤੇ ਕੁਝ ਨਹੀਂ ਅਸਰ ਹੋਣਾ ਮੇਰਾ। ਇਹ ਪਰਖਦਾ ਸੀ ਗੁਰੂ ਸਾਹਿਬ ਜੀ ਨੂੰ, ਮਨੁੱਖ ਦਾ ਰੂਪ ਧਾਰ ਲਿਆ, ਬੜੀ ਅੱਗ ਜੀ ਕੱਢਦਾ ਹੈ ਮੁੱਖ ਵਿੱਚੋਂ। ਫਿਰ ਅਖੀਰੀ ਇਸ ਤਰ੍ਹਾਂ ਦਾ ਰੂਪ ਧਾਰ ਕੇ ਆ ਵੀ ਇੱਕ ਹੱਥ ਵਿੱਚ ਜਿਹੜੀ ਰਸਨਾ ਫੜੀ ਹੋਈ ਜ਼ੁਬਾਨ, ਇੱਕ ਹੱਥ ਵਿੱਚ ਜਿਹੜੀ ਸ਼ਿਸ਼ਨ ਇੰਦਰੀ ਹੈ,
आ गुप्त इंद्री ये फड़ी हुई है। सतगुरु नानक साहब जी इस तरह वेख के हसे है, कह लगे मरदानिया मुख तो कपड़ा ला के वेख की तमाशा बन रहा है, एवं ना डर। ये जो पास आया कलयुग ने मत्था टेकिया, फिर कह लगा मत्था टेक के भी गुरु साहब जी मेरी भुल बख्शो, जो गलती हो गई अपराध हो गया, मैं ताड़ी महिमा नहीं जान सकिया। गुरु साहब जी कह लगे भी तू कौन है, जानते तो सब कुछ ही सी, तेरा नाम की है, किहड़े देश तो आया। कहता जी मैं जी कलयुग हाँ, आप दा सेवक। तो मैं महाराज वो रूप धार के आया जो अज के समय में जीव कर रहे हैं। शुभ गुण सारे छड्ड दिते हैं, तो ये दो ही इंद्रियां दे वस हो के लोग रह गए हैं। ओहो जिहा मैं रूप धार के आया, मेरी भी मत ओहो जी हो गई, तां ही मैं तुहानूं जिहड़ा परखना कर रहा सी। ये मैं सतगुरु जी इंद्री जिहड़ी है तां फड़ी हुई है भी मेरे समय दे विच लोकां नूं इस गुप्त इंद्री दा स्वाद रह जाएगा। इस तरह ही ये रसना दे नाल ही स्वाद तरह तरह के लैणगे, खाण पीण दे, होर कोई नहीं रह जाएगा पास इन्होंने। फिर गुरु साहब जी कह लगे है, कहते भी तू अपने लक्षण दस, तेरे की लक्षण आने वाले समय में, तेरी सैना केड़ी है, केड़ा अगवाई कर रहा है। फिर इन्हें दसना किया, कहता महाराज जिहड़ा झूठ है ये मेरा सूरमा है, कमांडर है, सब तो अगे लगा होया। जिवें आसा दी वार च आउंदा है, कलयुग रथ अगन का कूड़ अगै रथवा हो। कलयुग विच जिहड़ा अग दा रथ है, अग नाल ही सारे हुण जीव भरे होए, ते कूड़ अगे रथवा हो। चलाउण वाला जिहड़ा अगले पासे वो रथवाईया झूठ है। कहंदा भी जिहड़ा महाराज झूठ है ना, ये तो मेरा है कमांडर अगे लगा होया। तो इस तरह जिहड़ा मोह रूपी राजा है, अगले पासे सैनापति मोह रूपी राजा है, मेरा जिहड़ा मेरा सहायक जिन्हों मैं अगे लाया होया है। जीव हिंसा जिहड़ी करनी है ये सैनापति है, मोह राजे का बड़ा तगड़ा। अगले पासे जिहड़े काम क्रोध लोभ अहंकार हैं, ये सारे योधे मेरे हैं, जिहड़े हाथियों की फौज है मेरी, जिहड़ी हाथियों ते सवारी करने वाली फौज है, जिहड़ी ईरखा ते निंदा डाके मारने तृष्णा लगी रहनी, कोट जोरे लाख करोरे मरना हो रे। ये जिहड़ी मेरी है रथां वाली फौज है, रथां ते सवार हुई फौज है। आलस जुआ शराब पीनी खोटा आचरण ये मेरी घोड़सवारी फौज है, घोड़ियां ते चढ़ी हुई है सूरमे मेरे। फिर इस तरह जिहड़ी ममता है मेर तेर विषय तरह तरह दे बहुतियां आसा इच्छा लगियां हुई हैं, चोरी करनी ये मेरी पैदल फौज है। इवें सतगुरु जी मेरी चतरंगनी फौज है। मैं कित्थों तक गिनती करके दसा भी कैसी है फौज मेरी चतरंगनी। ये तो जिथे असर करती है, जिथे मार करती है, उत्थे कोई चैन नहीं रहन देंदी, सब चैन चून नठा देंदी है। ना कोई जप ना कोई तप रह जाता है। इस तरह अपने बारे कलयुग जिहड़ा गुरु साहब जी नूं सच्चो सच दस रहा है। अगे जिवें गुरु साहब जी ने कहन लगा भी आप जी मेरी भेटा महाराज लै लो, प्रवान करो जी, मैनू खुश करो। गुरु साहब जी जिवें इनू अगों कहंदे हैं, इहदी भेटा नूं ग्रहण नहीं करते, तो जो सिक्ख्या देंदे कलयुग नूं वो प्रसंग अज आ रहे विस्तार नाल। आओ आपां सरवण करिए। गुरु चरणां विच लवाओ हाजरियां, उचारण करो जी सतनाम
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਨ ਆਗੈ ਨਹਿ ਥਿਰ ਹੋਇ ਕੋ। ਕਾਲਜੋਗ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਜੀ, ਜਿਹੜੀ ਮੇਰੀ ਚਤਰੰਗਣੀ ਫੌਜ ਹੈ ਦੱਸੀ ਹੋਈ, ਇਹ ਜਿਸ ਦਿਸ਼ਾ ਤਰਫ ਵੀ ਮਾਰ ਕਰਦੀ ਹੈ, ਨਾ ਰਹਿਣ ਦਿੰਦੀ ਚੈਨ, ਨਾ ਰਹਿਣ ਦਿੰਦੀ ਸੁੱਖ। ਇਹ ਮੇਰੇ ਮੋਹ ਰਾਜੇ ਦੀ ਸੈਨਾ ਅੱਗੇ ਕੋਈ ਨਹੀਂ ਟਿਕਦਾ। ਕੋਟ ਮਧੇ ਬਿਰਲਾ ਕੋਹੁ। ਕਰੋੜਾਂ ਵਿੱਚ ਤੇ ਕੋਈ ਵਿਰਲਾ ਹੀ ਹੈ ਜਿਹੜਾ ਇਸ ਅੱਗੇ ਟਿਕੇ ਬੜਾ ਬਲੀ ਹੋਵੇ। ਜਗ ਮਹਿ ਕਰੀ ਲਥੇਰ ਪਥੇਰਾ। ਇਸ ਤਰ੍ਹਾਂ ਮੈਂ ਤੇ ਪੂਰੇ ਸੰਸਾਰ ਵਿੱਚ ਲੇਥੂ ਪੇਥੂ ਕਰ ਦਿੱਤੀ ਹੈ, ਐ ਲੁੱਥੜ ਪੁੱਥੜ ਕਰ ਦਿੱਤੇ, ਹਲਚਲ ਮਚਾ ਦਿੱਤੀ ਹੈ, ਹਾਲ ਦਵਾਈ ਮਚਾ ਦਿੱਤੀ ਹੈ। ਕਿਸਹੁ ਮਹਿ ਧੀਰਜ ਨਹਿ ਹੇਰਾ। ਕਿਸੇ ਵਿੱਚ ਵੀ ਹੁਣ ਧੀਰਜ ਨਹੀਂ ਦੇਖ ਰਿਹਾ, ਤੱਕ ਰਿਹਾ ਵੀ ਕੋਈ ਇਸ ਮੇਰੀ ਫੌਜ ਦੇ ਅੱਗੇ ਖੜਿਆ ਹੋ ਸਕੇ। ਕੋਟ ਮਵਾਸੀ ਸਭ ਚੜ ਮਾਰੇ। ਜਿੰਨੇ ਕਿਲੇ ਆਕੀ ਸਨ ਸਾਰਿਆਂ ਵਿੱਚ ਮੇਰੀ ਫੌਜ ਨੇ ਚੜ ਕੇ ਮਾਰ ਮੁਕਾਏ ਐ। ਕੋ ਨਹਿ ਠਾਂਡ ਭਇਓ ਸਭ ਹਾਰੇ। ਕੋਈ ਵੀ ਅੱਗੇ ਖੜਾ ਨਹੀਂ ਹੋ ਰਿਹਾ, ਬਸ ਸਾਰੇ ਹਾਰ ਹਾਂਭੀ ਗਏ ਹਨ। ਦੰਭ ਨਾਮ ਜੋ ਮੇਰੋ ਜੋਦਾ। ਕਹਿਣ ਲੱਗਾ ਗੁਰੂ ਸਾਹਿਬ ਜੀ ਨੂੰ, ਕਹਿੰਦਾ ਵੀ ਜਿਹੜਾ ਪਖੰਡ ਨਾਮ ਦਾ ਮੇਰਾ ਯੋਧਾ ਹੈ ਬੜਾ ਬਲੀ। ਕਰੀ ਦੇਗ ਵਿਜੈ ਰਿਦ ਧਰ ਕ੍ਰੋਧਾ। ਉਸ ਨੇ ਹਿਰਦੇ ਵਿੱਚ ਕ੍ਰੋਧ ਗੁੱਸਾ ਜਾ ਧਾਰ ਕੇ ਸਾਰੇ ਸੰਸਾਰ ਨੂੰ ਫਤਿਹ ਕਰ ਲਿਆ। ਸਭ ਪਾਸੇ ਪਖੰਡ ਹੀ ਪਖੰਡ ਕਰ ਦਿੱਤਾ ਮੇਰੇ ਯੋਧੇ ਦੰਭ ਨੇ। ਲੈ ਕਰ ਸੰਗ ਸਹਾਇਕ ਸੋ। ਉਹ ਪਖੰਡ ਮੇਰਾ ਯੋਧਾ ਆਪਣੇ ਸਾਰੇ ਸਹਾਇਕ ਸਾਥੀਆਂ ਨੂੰ ਲੈ ਕਰਕੇ, ਜਾਂ ਮੈਂ ਆਪਣੇ ਸਾਥੀਆਂ ਨੂੰ ਲੈ ਕਰਕੇ, ਜਿਹ ਤੇ ਬਚਿਓ ਥਾਨ ਨਹਿ ਕੋ। ਜਿਸ ਮੇਰੇ ਕਲਯੁਗ ਤੋਂ ਬਿਨਾ ਤੇ ਕੋਈ ਥਾਂ ਹੀ ਨਹੀਂ ਬਚਿਆ ਪਖੰਡ ਤੋਂ ਬਿਨਾ। ਇਸ ਪ੍ਰਕਾਰ ਕੀ ਮਮ ਸਿਕਦਾਰੀ। ਇਸ ਤਰ੍ਹਾਂ ਦੀ ਮੇਰੀ ਸਤਿਗੁਰੂ ਜੀ ਸਿਕਦਾਰੀ ਹੈ, ਨੰਬਰਦਾਰੀ, ਠਾਣੇਦਾਰੀ ਹੈ। ਸੁਨ ਸ੍ਰੀ ਨਾਨਕ ਗਿਰਾ ਉਚਾਰੀ। ਸੁਣ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ। ਸ੍ਰੀ ਮੁਖ ਵਾਕ ਜਿਸ ਸਿਕਦਾਰੀ ਤਿਸ ਹੈ ਖੁਆਰੀ। ਇਹ ਸ਼ਬਦ ਗੁਰੂ ਸਾਹਿਬ ਜੀ ਨੇ ਉੱਥੇ ਬ੍ਰਿਜ ਭੂਮੀ ਵਿੱਚ ਉਚਾਰਨ ਕੀਤਾ ਸੀ। ਕਲਯੁਗ ਦੇ ਪਰਥਾਏ ਇਹ ਕਲਯੁਗ ਆ ਗਿਆ ਹੈ, ਉਸੇ ਉਹੀ ਸ਼ਬਦ ਇੱਥੇ ਆਇਆ। ਜਿਸ ਸਿਕਦਾਰੀ, ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਕਲਯੁਗ ਠੀਕ ਹੈ, ਜੇ ਤੇਰੀ ਸਿਕਦਾਰੀ ਹੈ, ਚੌਧਰਪੁਣਾ ਹੈ, ਜਿਸ ਦੀ ਸਿਕਦਾਰੀ ਹੁੰਦੀ ਹੈ ਉਸੇ ਦੀ ਫਿਰ ਖੱਜਰ ਖੁਆਰੀ ਹੁੰਦੀ ਹੈ। ਚਾਕਰ ਕੇ ਡਰਨਾ। ਚਾਕਰ ਨੂੰ ਕਿਹੜਾ ਕਿਸੇ ਦਾ ਡਰ ਹੈ? ਚਾਕਰ ਨੇ ਕਿਹੜੀ ਗੱਲੋਂ ਕਿਸੇ ਕੋਲ ਡਰਨਾ ਹੈ? ਜਾ ਸਿਕਦਾਰ ਪਵਾ ਜੰਜੀਰੀ। ਜਦੋਂ ਸਿਕਦਾਰੇ ਠਾਣੇਦਾਰ ਉਹ ਚੌਧਰੀ ਮੁਖੀ ਨੂੰ ਜੰਜੀਰੀ ਪੈਂਦੀ ਹੈ, ਸੰਗਲ ਪੈਂਦੇ ਆ ਗਲ ਬਾਹਾਂ ਹੱਥਾਂ ਵਿੱਚ, ਤਾ ਚਾਕਰ ਹੱਥ ਮਰਨਾ। ਉਹ ਫਿਰ ਨੰਬਰਦਾਰ ਦਾ, ਠਾਣੇਦਾਰ ਦਾ, ਚਾਕਰ ਨੌਕਰਾਂ ਹੱਥੋਂ ਹੀ ਮਰਨਾ ਹੁੰਦਾ ਹੈ। ਤੇ ਠੀਕ ਹੈ, ਜੇ ਤੇਰੀ ਸਿਕਦਾਰੀ ਹੈ, ਹੁਣ ਠਾਣੇਦਾਰੀ ਹੈ, ਅਸੀਂ ਪਰਮੇਸ਼ਰ ਦੇ ਚਾਕਰ ਹੈ, ਸਾਡੇ ਹੱਥੋਂ ਹੀ ਤੇਰਾ ਮਰਨਾ ਹੋਏਗਾ ਕਲਯੁਗ। ਦੋਹਰਾ ਤੂੰ ਜੇ ਭਇਆ ਸਿਕਦਾਰ ਜਗ। ਜੇ ਤੂੰ ਸੰਸਾਰ ਵਿੱਚ ਆ ਸਿਕਦਾਰ ਸਰਦਾਰ ਹੋਇਆ ਪਿਆ ਹੈ ਕਲਯੁਗ। ਹਮ ਚਾਕਰ ਕਰਤਾਰ। ਅਸੀਂ ਜਿਹੜੇ ਚਾਕਰ ਉਸ ਪਰਮੇਸ਼ਰ ਦੇ ਹਾਂ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਜਬ ਤੂੰ ਲੇਖਾ ਦਿਓਗੇ। ਜਦੋਂ ਤੂੰ ਹਿਸਾਬ ਕਿਤਾਬ ਦੇਗਾ। ਹੋਵੇ ਬਸੀ ਹਮਾਰ। ਅਸੀਂ ਪਰਮੇਸ਼ਰ ਦੇ ਚਾਕਰ ਹਾਂ, ਜਿਸ ਕਰਕੇ
ਸਾਡੇ ਤੂੰ ਵਸ ਹੋਏਗਾ, ਅਸੀਂ ਤੈਨੂੰ ਹੱਥ ਕੜੀਆਂ ਲਾਵਾਂਗੇ। ਚੌਪਈ ਸਨ ਕਲ ਜੁਗ ਕਰ ਬੰਦਤ ਭਇਓ। ਸੁਣ ਕੇ ਸਤਿਗੁਰਾਂ ਤੋਂ ਕਲਯੁਗ ਜਿਹੜਾ ਡਰਦਾ ਮਾਰਾ ਦੋਵੇਂ ਹੱਥ ਜੋੜ ਕੇ ਮੱਥੇ ਟੇਕਣ ਲੱਗਾ। ਦੀਨ ਹੋਏ ਬੋਲਨ ਅਸ ਕਯੋ। ਬੜਾ ਦੀਨ ਨਿਮਾਣਾ ਜਿਹਾ ਹੋ ਕੇ ਬੋਲਣ ਲੱਗਾ ਇਸ ਤਰ੍ਹਾਂ। ਇਸੀ ਹੇਤ ਮੈਂ ਤੁਮ ਟਿਗ ਆਇਓ। हे ਗੁਰੂ ਨਾਨਕ ਸਾਹਿਬ ਜੀ, ਇਸੇ ਵਾਸਤੇ ਡਰਦਾ ਮਾਰਾ ਮੈਂ ਤੁਹਾਡੇ ਕੋਲ ਆਇਆ ਹਾਂ। ਸੇ ਨਾਨਕ ਤੁਮ ਨਾਮ ਤਰਾਇਓ। ਤੁਸੀਂ ਪਰਮੇਸ਼ਰ ਰੂਪ ਹੋ ਤੇ ਇਸ ਸੰਸਾਰ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਨਾਮ ਰਖਾਇਆ ਹੋਇਆ ਹੈ। ਤੁਮ ਕਰਤਾਰ ਵਿਖੇ ਨਹਿ ਭੇਵਾ। ਗੁਰੂ ਸਾਹਿਬ ਜੀ, ਤੁਹਾਡੇ ਤੇ ਪਰਮੇਸ਼ਰ ਵਿੱਚ ਤੇ ਕੋਈ ਫਰਕ ਹੀ ਨਹੀਂ ਹੈ। ਏਕ ਓੰਕਾਰ ਦੇਵ ਪਤ ਦੇਵਾ। ਇੱਕ ਓੰਕਾਰ ਜੋ ਪਰਮੇਸ਼ਰ ਦੇਵਾਂ ਦਾ ਦੇਵਪਤੀ ਮਾਲਕ ਹੈ, ਪ੍ਰਕਾਸ਼ ਰੂਪ। ਭੇਟਾ ਲਿਹੋ ਕਿਰਤਾਰਥ ਕਰੀਏ। ਕਿਰਪਾ ਕਰਕੇ ਜੀ ਮੇਰੀ ਕਲਯੁਗ ਦੀ ਭੇਟਾ ਲਓ, ਮੈਨੂੰ ਸਫਲ ਨਿਹਾਲ ਕਰੀਏ ਜੀ। ਗੁਨਹ ਕੀਏ ਜਿਨ ਮਾ ਗੁਨਹ ਕੀਏ ਸਗਰੇ ਪਰ ਹਰੀਏ। ਜੋ ਮੈਂ ਗੁਨਾਹ ਅਪਰਾਧ ਕੀਤੇ ਉਹ ਸਾਰੇ ਮੇਰੇ ਨਾਸ ਕਰੋ, ਛੱਡ ਦਈਏ ਜੀ। ਦੋਹਰਾ ਕੰਚਨ ਮੰਦਰ ਸੁੰਦਰੰ। ਸੋਹਣੇ ਦੇ ਜਿਹੜੇ ਮੰਦਰ ਹੈ ਸੋਹਣੇ, ਰਤਨ ਜੜੇ ਜਿਨ ਮਾਹੇ। ਜਿਨ੍ਹਾਂ ਵਿੱਚ ਰਤਨ ਹੀ ਰਤਨ ਜੜੇ ਹੋਏ ਐ। ਮੋਤੀ ਕੀ ਤੋਰਨ ਰੁਚਿਰ। ਸੁੱਚੇ ਮੋਤੀਆਂ ਦੀਆਂ ਬੰਧਨ ਵਾਰਾਂ ਸੋਹਣੀਆਂ ਜੋ ਦਰਵਾਜ਼ਿਆਂ ਉੱਪਰ ਬੰਨੀਆਂ ਹੋਣਗੀਆਂ। ਅਤ ਸੁਗੰਧ ਹੋਇ ਜਾਹੇ। ਜਿਨ੍ਹਾਂ ਮਕਾਨਾਂ ਵਿੱਚ ਬਹੁਤ ਸੁਗੰਧੀਆਂ ਛਿੜਕੀਆਂ ਹੋਈਆਂ ਹੋਣਗੀਆਂ, ਮਹਿਕਾਂ ਹੋਣਗੀਆਂ ਜੀ। ਚੌਪਈ ਕਸਤੂਰੀ ਕੰਗੂ ਛਿੜਕਾਵੋ। ਕੰਗੂ ਨਹੀਂ ਕੁੰਗੂ, ਕਸਤੂਰੀ ਜੋ ਕਸਤੂਰਬਾ ਮ੍ਰਿਗ ਹੈ ਜਿਹਦੇ ਵਿੱਚੋਂ ਨਿਕਲਦੀ ਹੈ ਕਸਤੂਰੀ ਨਾਭੀ ਵਿੱਚੋਂ, ਉਹ ਕਸਤੂਰੀ ਇਸੇ ਤਰ੍ਹਾਂ ਕੇਸਰ ਛਿੜਕਾਵਾਂਗਾ। ਚੰਦਨ ਕੇ ਸ਼ੁਭ ਲੇਪ ਕਰਾਵੋ। 52 ਚੰਦਨ ਦੇ ਉਹਨੂੰ ਉਹਦਾ ਅਰਕ ਕੱਢ ਕੇ ਰਗੜ ਕੇ ਚੰਗਾ ਲੇਪਣ ਕਰਾਵਾਂਗਾ, ਪੋਚਾ ਕਰਾਵਾਂਗਾ। ਬੈਸਤ ਹੀ ਮਨ ਹੋਤ ਹੁਲਾਸਾ। ਜਿਨ੍ਹਾਂ ਮੰਦਰਾਂ ਵਿੱਚ ਬੈਠਦੇ ਮਨ ਨੂੰ ਬੜਾ ਆਨੰਦ ਖੁਸ਼ੀ ਹੋਏਗੀ। ਇਸ ਪ੍ਰਕਾਰ ਕੇ ਰੁਚਿਰ ਅਵਾਸਾ। ਇਸ ਤਰ੍ਹਾਂ ਦੇ ਜਿਹੜੇ ਸੋਹਣੇ ਘਰ ਮੰਦਰ ਹਨ। ਚਲਹੁ ਅਬੈ ਤਿਨ ਮੰਦਰ ਮਾਹੀ। हे ਗੁਰੂ ਸਾਹਿਬ ਜੀ, ਹੁਣੇ ਤੁਸੀਂ ਚੱਲੋ ਮੇਰੇ ਨਾਲ ਐਸੇ ਮੰਦਰਾਂ ਵਿੱਚ। ਤੁਮ ਇੱਛਾ ਜੇ ਲਿਆਓ ਇਹਾਹੀ। ਜੇ ਤੁਹਾਡੀ ਇੱਛਾ ਹੈ ਤੇ ਉਹ ਮੈਂ ਇੱਥੇ ਲੈ ਆਉਣਾ ਹਾਂ ਕਾਇਮ ਕਰਕੇ। ਲਿਹੋ ਉਪਾਇਨ ਇਹ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ, ਇਹ ਮੇਰੀ ਕਲਯੁਗ ਦੀ ਭੇਟਾ ਲੈ ਲਓ ਜੀ ਤੁਛ। ਸੁਨ ਸ੍ਰੀ ਨਾਨਕ ਉਚਰੀ ਬਾਣੀ। ਸੁਣ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਉਚਾਰੀ। ਇਕ ਓੰਕਾਰ ਸਤ ਗੁਰ ਪ੍ਰਸਾਦ। ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ ਮੋਤੀ ਤਾ ਮੰਦਰ ਉਸਰ ਹੈ। ਇੱਕ ਜੋ ਅਦੁੱਤੀ ਬ੍ਰਹਮ ਹੈ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਦੀ ਕਿਰਪਾ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੈ। ਰਾਗ ਸ੍ਰੀ ਰਾਗ ਹੈ, ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਇਹ ਸ਼ਬਦ ਹੈ। ਪਹਿਲੇ ਘਰ ਸੁਰਤਾਲ ਵਿੱਚ ਗਾਉਣ ਦੀ ਜਿਸ ਸ਼ਬਦ ਨੂੰ ਮਰਿਆਦਾ ਹੈ, ਪਹਿਲੇ ਘਰ ਸੁਰਤਾਲ ਵਿੱਚ ਹੀ ਸਤਿਗੁਰੂ ਜੀ ਨੇ ਗਾਇਨ ਕੀਤਾ ਹੈ। ਗੁਰੂ ਸਾਹਿਬ ਜੀ ਪਰਮੇਸ਼ਰ ਦੇ ਨਾਲ ਪ੍ਰੇਮ ਜਣਾਉਂਦੇ ਹੋਏ ਉਚਾਰ ਰਹੇ ਹੈ। ਤੇ ਕਲਯੁਗ ਨੂੰ ਕਹਿੰਦੇ ਹੈ, ਕਲਯੁਗ ਆ ਮੋਤੀ ਜੇ ਇੱਟਾਂ ਦੀ ਥਾਂ ਮੋਤੀਆਂ ਦੇ ਜਿਹੜੇ ਹੈ ਨਾਲ ਮੰਦਰ ਮਕਾਨ ਉੱਚੇ ਉੱਚੇ ਉਸਰੇ ਹੋਣ ਤੇ ਮੋਤੀਆਂ ਦੇ ਨਾਲ ਹੀ ਸਾਰੇ ਮੰਦਰ ਉਸਰੇ ਉਸਾਰੇ ਹੋਣ। ਰਤਨੀ ਤਾ ਹੋਏ ਜੜਾਓ। ਫਿਰ ਉਹਨਾਂ ਮਕਾਨਾਂ ਮੰਦਰਾਂ ਵਿੱਚ ਰਤਨੀ ਰਤਨ ਜੜਾਊ ਕੀਤੇ ਹੋਏ ਹੋਣ। ਕਸਤੂਰ ਕੁੰਗੂ ਅਗਰ ਚੰਦਨ। ਕਸਤੂਰੀ ਜੋ ਮ੍ਰਿਗ ਦੀ ਨਾਭੀ ਚੋਂ ਨਿਕਲਦੀ ਹੈ,
ਇਸੇ ਤਰ੍ਹਾਂ ਕੁੰਗੂ ਕੇਸਰ ਇੱਕ ਸੁਗੰਧੀ ਵਾਲਾ ਬ੍ਰਿਸ਼ ਦੀ ਲੱਕੜੀ ਅਗਰ ਚੰਦਨ ਬਾਵਨ ਚੰਦਨ ਲੀਪ ਆਵੈ ਚਾਓ। ਐਸੇ ਸੁਗੰਧੀਆਂ ਨੂੰ ਮਕਾਨਾਂ ਵਿੱਚ ਲਿਪਿਆ ਜਾਵੇ, ਪਲਸਤਰ ਕੀਤਾ ਜਾਏ ਤੇ ਇਹਦਾ ਲੇਪਣ ਕੀਤਾ ਜਾਏ। ਜਿਸ ਮੰਦਰਾਂ ਮਕਾਨਾਂ ਨੂੰ ਦੇਖ ਕੇ ਉਤਸ਼ਾਹ ਆਵੇ, ਚਾਉ ਆਵੇ। ਮਤ ਦੇਖ ਭੁਲਾ ਵਿਸਰੈ। ਮਤਾਂ ਦੇਖ ਕੇ ਅਸੀਂ ਭੁੱਲ ਜਾਈਏ ਤੇ ਉਬੀਸਰੇ ਕਹੀਏ ਉਸ ਪਰਮੇਸ਼ਰ ਨੂੰ ਭੁੱਲਿਆ। ਤੇਰਾ ਚਿਤ ਨਾ ਆਵੈ ਨਾਉ। ਹੇ ਪਰਮੇਸ਼ਰ ਤੇਰਾ ਨਾਮ ਚਿੱਤ ਵਿੱਚ ਹੀ ਨਾ ਆਵੇ। ਇਹ ਕੁਝ ਵੇਖ ਐਸੇ ਮੰਦਰ ਉਹ ਨਹੀਂ ਅਸੀਂ ਚਾਹੁੰਦੇ ਹਾਂ। ਹਰ ਬਿਨ ਜੀਉ ਜਲ ਬਲ ਜਾਓ। ਵਾਹਿਗੁਰੂ ਤੋਂ ਬਿਨਾਂ ਤੇ ਜਿਹੜਾ ਅੰਦਰਲਾ ਜੀ ਔਰ ਸੜ ਮੱਚੀ ਜਾਏ। ਮੈਂ ਆਪਣਾ ਗੁਰ ਪੂਛ ਦੇਖਿਆ। ਮੈਂ ਆਪਣਾ ਜੋ ਅਕਾਲ ਪੁਰਖ ਗੁਰੂ ਹੈ ਉਸ ਨੂੰ ਪੁੱਛ ਕੇ ਦੇਖਿਆ ਹੈ ਅਵਰ ਨਾਹੀ ਥਾਓ। ਕਿ ਉਸ ਦੇ ਸਰੂਪ ਦੀ ਪ੍ਰਾਪਤੀ ਤੋਂ ਬਿਨਾਂ ਹੋਰ ਕੋਈ ਸੁਖ ਦਾ ਥਾਂ ਹੀ ਨਹੀਂ ਹੈ। ਨਾਮ ਤੋਂ ਬਿਨਾਂ ਮੁਕਤ ਹੋਣ ਲਈ ਕੋਈ ਥਾਂ ਹੀ ਨਹੀਂ ਹੈ। ਰਹਾਓ ਕੁੰਡਲੀਆ ਛੰਦ ਪੁਨ ਕਲ ਜਗ ਬੋਲਤ ਭਇਓ। ਇਹ ਕੁਝ ਸੁਣ ਕੇ ਕਲਯੁਗ ਬੋਲਣ ਲੱਗਾ। ਜੇ ਤੁਮ ਲਹੋ ਨਾ ਇਹ। ਕਹਿਣ ਲੱਗਾ ਮਹਾਰਾਜ ਜੀ ਜੇ ਤੁਸੀਂ ਸੋਨੇ ਦੇ ਮੰਦਰ ਸੁਗੰਧੀਆਂ ਵਾਲੇ ਨਹੀਂ ਨਾ ਲੈਂਦੇ। ਦੇਵਾਂਗਨ ਸ਼ੁਭ ਲੀਜੀਏ। ਜੋ ਦੇਵਤਿਆਂ ਦੀਆਂ ਆਂਗਨ ਇਸਤਰੀਆਂ ਅਪਛਰਾ ਹੈ ਬੜੀਆਂ ਚੰਗੀਆਂ ਉਹ ਲੈ ਲਓ ਜੀ। ਜਿਨ ਅਤ ਸੁੰਦਰ ਦੇਹ। ਜਿਨ੍ਹਾਂ ਅਪਛਰਾਂ ਦੀਆਂ ਦੇਹਾਂ ਸਰੀਰ ਬਹੁਤ ਸੁੰਦਰ ਹੈ ਚਮਕਦੇ। ਜਿਨ ਅਤ ਸੁੰਦਰ ਦੇਹ ਕਰੋ। ਜਿਨ੍ਹਾਂ ਦੇ ਬਹੁਤ ਸੁੰਦਰ ਹੈ ਦੇਹਾਂ। ਰਸ ਕਰੋ ਰਸ ਰੀਤ ਵਿਹਾਰਾ। ਉਹਨਾਂ ਸੁੰਦਰ ਅਪਛਰਾਂ ਨਾਲ ਰਸ ਦੀ ਰੀਤੀ ਦਾ ਵਿਹਾਰ ਕਰੋ, ਪ੍ਰੇਮ ਦੀ ਰੀਤੀ ਦਾ ਵਿਹਾਰ ਕਰੋ ਜੀ। ਸੁੰਦਰ ਜਹ ਪਰਅੰਕ। ਜਿੱਥੇ ਸੁੰਦਰਾ ਪਲੰਗ ਲੱਗੇ ਹੋਣ। ਲਾਲ ਜੜਤੀ ਜਿਨ ਚਾਰਾ। ਜਿਨ੍ਹਾਂ ਪਲੰਗਾਂ ਵਿੱਚ ਲਾਲ ਹੀ ਲਾਲ ਜੜਤ ਕੀਤੇ ਹੋਣ ਸੋਹਣੇ। ਕਿਤਕ ਕਾਲ ਤਿਨ ਮਹਿ ਰਹੋ। ਕੁਝ ਕੁ ਸਮਾਂ ਤੁਸੀਂ ਉਹਨਾਂ ਪਲੰਗਾਂ ਵਿੱਚ ਰਹੋ ਜੀ, ਪਲੰਗਾਂ ਉੱਪਰ ਰਹੋ ਜੀ। ਇਹੋ ਭੇਟ ਗੁਣ ਖਾਨ। ਗੁਣਾਂ ਦੀ ਖਾਣ ਮੇਰੀ ਇਹ ਭੇਟਾ ਕਲਯੁਗ ਦੀ ਲੈ ਲਓ ਜੀ। ਸੁਨ ਸ੍ਰੀ ਨਾਨਕ ਜੀਤ ਬਹਿ। ਉਸ ਵੇਲੇ ਕਲਯੁਗ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕੀਨੇ ਭਜਨ ਬਖਾਨ। ਜਿਹੜੇ ਬਚਨ ਹੈ ਉਹ ਕਥਨ ਕੀਤੇ ਬਾਣੀ ਰੂਪ ਵਿੱਚ। ਧਰਤੀ ਤਾਹੀਰੇ ਲਾਲ ਜੜਤੀ। ਗੁਰੂ ਸਾਹਿਬ ਜੀ ਕਹਿਣ ਲੱਗੇ ਕਲਯੁਗ ਆ ਧਰਤੀ ਜਿਹੜੀ ਹੈ ਧਰਤੀ ਤੇ ਹੀਰੇ ਲਾਲ ਜੜਤ ਕੀਤੇ ਹੋਣ। ਪਲਗ ਲਾਲ ਜੜਾਓ। ਪਲਗ ਪੋਲਾ ਪੜਨਾ ਨੂੰ ਤੇ ਜਿਹੜਾ ਪਲਗ ਹੈ ਭਾਵ ਪਲੰਗ ਉਹ ਵੀ ਲਾਲਾ ਨਾਲ ਹੀ ਜੜਾਊ ਕੀਤਾ ਹੋਵੇ। ਮੋਹਣੀ ਮੁਖ ਮਣੀ ਸੋਹੈ। ਜਿਸ ਪਲੰਗ ਦੇ ਉੱਪਰ ਜਿਹੜੀਆਂ ਮੋਹਣੀਆਂ ਇਸਤਰੀਆਂ ਅਪਛਰਾ ਉਹਨਾਂ ਦੇ ਮੁਖ ਮਣੀਆਂ ਵਾਂਗ ਸੋਂਦੇ ਹੋਣ ਚਮਕਦੇ। ਕਰੇ ਰੰਗ ਪਸਾਓ। ਉਹ ਬਹੁਤੇ ਰੰਗਾਂ ਦੇ ਪਸਾਉ ਜੇ ਕਰਨ ਹਾ ਭਾਵ ਜੇ ਕਰਨ ਪ੍ਰੇਮ ਦੇ। ਮਤ ਦੇਖ ਭੁਲਾ ਵਿਸਰੈ। ਮਤਾਂ ਦੇਖ ਕੇ ਭੁੱਲ ਜਾਈਏ ਤੇ ਉਸ ਭੁੱਲਿਆ ਹੋਇਆ। ਤੇਰਾ ਚਿਤ ਨਾ ਆਵੈ ਨਾਉ। ਹੇ ਪਰਮੇਸ਼ਰ ਤੇਰਾ ਨਾਮ ਹੀ ਚਿੱਤ ਵਿੱਚ ਨਾ ਆਵੇ। ਇਹ ਕੁਝ ਵੇਖ ਕੇ ਉਹ ਨਹੀਂ ਅਸੀਂ ਚਾਹੁੰਦੇ ਹਾਂ। ਕੁੰਡਲੀਆ ਛੰਦ ਕਲ ਜਗ ਬੋਹਰ ਬੋਲਿਓ। ਫਿਰ ਜਿਹੜਾ ਗੁਰੂ ਸਾਹਿਬ ਜੀ ਤੋਂ ਸੁਣ ਕੇ ਕਲਯੁਗ ਬੋਲਿਆ। ਇਨ ਕੀ ਚਾਹ ਜੇ ਨਾਹੇ। ਕਹਿਣ ਲੱਗਾ ਵੀ ਗੁਰੂ ਸਾਹਿਬ ਜੀ ਜੇ ਤੁਹਾਨੂੰ ਇਹਨਾਂ ਦੀ ਚਾਹਨਾ ਇੱਛਾ ਨਹੀਂ ਹੈ। ਨਵ ਨਿਦਾ ਤੁਮ ਲੀਜੀਏ। ਜਿਹੜੇ 9 ਨਿਧੀਆਂ 9 ਖਜ਼ਾਨੇ ਉਹ ਤੁਸੀਂ ਲੈ ਲਓ ਜੀ। ਸਿੱਧ 18 ਚਾਹੇ। ਜੇ ਤੁਹਾਡੇ ਚਾਹਨਾ ਇੱਛਾ ਹੈ ਤੇ 18 ਸਿੱਧੀਆਂ ਲੈ ਲਓ, ਸ਼ਕਤੀਆਂ ਲੈ ਲਓ ਜੀ। ਸਿੱਧ 18 ਚਾਹੇ। ਜੇ ਤੁਹਾਨੂੰ ਚਾਹਨਾ ਹੈ ਵੀ 18
ਸਿੱਧੀਆਂ ਸ਼ਕਤੀਆਂ ਲੈਣੀਆਂ ਹੈ। ਗੁਪਤ ਪ੍ਰਗਟ ਕੋ ਕਾਰਨ ਵੀ ਜੇ ਚਾਹੋ ਗੁਪਤ ਪ੍ਰਗਟ ਸੋ ਕਾਰਨ, ਜੇ ਚਾਹੋ ਵੀ ਗੁਪਤ ਹੋ ਕੇ ਬੈਠਣਾ ਗੁਪਤ ਹੋ ਕੇ ਬੈਠ ਜਾਓ, ਜੇ ਪ੍ਰਗਟ ਹੋਣਾ ਚਾਹੋ ਤੇ ਪ੍ਰਗਟ ਹੋ ਜਾਓ। ਗੁਪਤ ਪ੍ਰਗਟ ਹੋਣ ਵਾਸਤੇ ਜਹ ਚਾਹੋ ਤਹ ਫਿਰੋ, ਜਿੱਥੇ ਤੁਸੀਂ ਚਾਹੋ ਤੇ ਉੱਥੇ ਹੀ ਫਿਰੋ। ਸੁਖੀ ਤੁਮ ਕੋ ਹਟ ਕਾਰਨਾ, ਜੈ ਚਾਹੋ ਤੈ ਫਿਰੋ ਸੁਖੀ, ਵੀ ਜਿੱਥੇ ਤੁਸੀਂ ਚਾਹੋ ਉੱਥੇ ਸੁਖੀ ਹੋ ਕੇ ਫਿਰੋ। ਤੁਮ ਕੋ ਹਟ ਕਾਰਨਾ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੋਏਗੀ, ਕੋਈ ਨਹੀਂ ਰੋਕੇਗਾ। ਸਰਬ ਲੋਕ ਤੁਮ ਤੇ ਡਰੈ, ਸਾਰੇ ਲੋਕ ਤੁਹਾਡੇ ਤੋਂ ਡਰਨਗੇ, ਭੈ ਮੰਨਣਗੇ ਵੀ ਬਹੁਤ ਸ਼ਕਤੀਆਂ ਵਾਲਾ ਸਿੱਧ ਹੈ ਇਹ। ਪੂਜਹਿ ਪਦ ਚਿਤ ਲਾਏ, ਜਿਸ ਕਰਕੇ ਭੈ ਮੰਨ ਕੇ ਡਰ ਕੇ ਚਿੱਤ ਲਾ ਕੇ ਤੁਹਾਡੇ ਚਰਨ ਪੂਜਣਗੇ। ਭੇਟ ਲਿਹੋ ਮਮ ਦਿਸ਼ਾ ਦੇ, ਮੇਰੇ ਕਲਯੁਗ ਦੀ ਤਰਫੋਂ ਸਤਿਗੁਰੂ ਜੀ ਇਹ ਭੇਟਾ ਲੈ ਲਓ ਸਿੱਧੀਆਂ ਨਿੱਧੀਆਂ ਦੀ। ਸੁਨ ਬੋਲੇ ਗਤ ਦਾਏ, ਮੁਕਤੀ ਦੇਣ ਵਾਲੇ ਸਤਿਗੁਰੂ ਜੀ ਕਲਯੁਗ ਦੇ ਪਰਥਾਏ ਬੋਲੇ ਐ। ਸਿੱਧ ਹੋਵਾ ਸਿੱਧ ਲਾਈ, ਇਹ ਕਲਯੁਗ ਅਸੀਂ ਬੜੇ ਤਗੜੇ ਸ਼ਕਤੀਆਂ ਵਾਲੇ ਸਿੱਧ ਹੋ ਜਾਈਏ, ਸਿੱਧ ਹੋ ਜਾਵਾਂ ਤੇ ਜਿਹੜਾ ਹੈ ਫਿਰ ਜਿੱਥੇ ਚਾਹੀਏ ਉੱਥੇ ਸਿੱਧੀ ਨੂੰ ਲਾ ਲਈਏ, ਸਿੱਧੀ ਦੇ ਰਾਹੀਂ ਸ਼ਕਤੀ ਲਾ ਲਈਏ, ਵਰਤ ਲਈਏ। ਰਿੱਧ ਆਖਾ ਆਓ, ਜੇ ਰਿੱਧੀ ਬਾਰੇ ਆਖਾਂ ਤੇ ਰਿੱਧੀ ਕੋਲ ਆ ਜਾਏ। ਗੁਪਤ ਪ੍ਰਗਟ ਹੋਏ ਬੈਸਾ, ਗੁਪਤ ਹੋ ਕੇ ਬੈਸਣਾ ਚਾਹੀਏ ਤੇ ਗੁਪਤ ਹੋ ਕੇ ਬੈਠ ਜਾਈਏ, ਪ੍ਰਗਟ ਹੋਣਾ ਚਾਹੀਏ ਤੇ ਪ੍ਰਗਟ ਹੋ ਜਾ ਕੇ ਬੈਠਾਂ। ਲੋਕ ਰਾਖੈ ਭਾਓ, ਇਹ ਕੁਝ ਵੇਖ ਕੇ ਲੋਕ ਭਾਓ ਪ੍ਰੇਮ ਰੱਖਣ, ਡਰ ਰੱਖਣ ਵੀ ਬਹੁਤ ਤਕੜਾ ਸਿੱਧ ਹੈ। ਮਤ ਦੇਖ ਭੁਲਾ ਵਿਸਰੈ, ਮਤਾਂ ਦੇਖ ਕੇ ਭੁੱਲ ਜਾਈਏ ਤੇ ਭੁੱਲਿਆ ਹੋਇਆ। ਤੇਰਾ ਚਿਤ ਨਾ ਆਵੈ ਨਾਉ, ਹੇ ਪਰਮੇਸ਼ਰ ਤੇਰਾ ਨਾਮ ਹੀ ਚਿੱਤ ਵਿੱਚ ਨਾ ਆਵੇ ਵੀ ਸਿੱਧੀਆਂ ਬਹੁਤ ਹੋ ਗਈਆਂ, ਰਿੱਧੀਆਂ ਬਹੁਤ ਹੋ ਗਈਆਂ, ਹੁਣ ਕਾਹਦੀ ਜ਼ਰੂਰਤ ਹੈ। ਕਿਤੇ ਮਤਾਂ ਦੇ ਕੇ ਭੁੱਲ ਜਾਈਏ, ਭੁੱਲਿਆ ਹੋਇਆ ਪਰਮੇਸ਼ਰ ਤੇਰਾ ਨਾਮ ਹੀ ਨਾ ਚਿੱਤ ਵਿੱਚ ਆਵੇ, ਇਹ ਕੁਝ ਅਸੀਂ ਨਹੀਂ ਚਾਹੁੰਦੇ। ਕੁੰਡਲੀਆ ਛੰਦ ਕਲ ਜੁਗ ਬਚਨਾ ਪਨ ਭਨੇ, ਕਾਲਯੁਗ ਨੇ ਫਿਰ ਬਚਨ ਕਹੇ। ਜਗ ਪਤ ਸਾਹੀ ਲੇਹੋ, ਠੀਕ ਮਹਾਰਾਜ, ਜੇ ਤੁਸਾਂ ਨੇ ਇਹ ਕੁਝ ਨਹੀਂ ਲੈਣਾ ਹੈ, ਸੰਸਾਰ ਦੀ ਜਿਹੜੀ ਪਾਤਸ਼ਾਹੀ ਚੱਕਰਵਰਤੀ ਪਾਤਸ਼ਾਹ ਬਣ ਜਾਓ, ਬਾਦਸ਼ਾਹੀ ਲੈ ਲਓ ਜੀ। ਹੁਕਮ ਕਰੋ ਔਰ ਭਾਵ ਤੇ, ਹਿਰਦੇ ਵਿੱਚ ਭਾਉਂਦੇ ਮਨ ਭਾਉਂਦੇ ਬਾਦਸ਼ਾਹ ਬਣ ਕੇ ਹੁਕਮ ਕਰੋ। ਚਰਨ ਤਖਤ ਪਰ ਦੇਹੋ, ਆਪਣਾ ਜਿਹੜਾ ਚਰਨ ਹੈ ਉਹ ਤਖਤ ਉੱਪਰ ਰੱਖ ਦਿਓ, ਟਿਕਾ ਦਿਓ, ਉਹ ਚਰਨ ਪਾ ਦਿਓ, ਭਾਵ ਤਖਤ ਉੱਪਰ ਬੈਠੋ। ਚਰਨ ਤਖਤ ਪਰ ਦੇਹੋ, ਆਪਣਾ ਚਰਨ ਤਖਤ ਉੱਪਰ ਰੱਖ ਕਰਕੇ, ਦੇਖ ਕਰਕੇ, ਬੈਠ ਕਰਕੇ। ਜਗਤ ਮਨ ਹੈ ਸਭ ਆਨਾ, ਤੇ ਸਾਰਾ ਜਿਹੜਾ ਸੰਸਾਰ ਹੈ ਤੁਹਾਡੀ ਈਣ ਮੰਨੇਗਾ। ਸੈਨਾ ਸੰਗ ਅਨੰਤ, ਫਿਰ ਤੁਹਾਡੇ ਨਾਲ ਜਿਹੜੀ ਸੈਨਾ ਉਹ ਵੀ ਅੰਤ ਤੋਂ ਰਹਿਤ ਬੇਅੰਤ ਹੀ। ਕਰਹੁ ਪ੍ਰਤਾਪ ਮਹਾਨਾ, ਤੇ ਤੁਹਾਡਾ ਇਸ ਤਰ੍ਹਾਂ ਮੈਂ ਬਹੁਤ ਤਕੜਾ ਹੀ ਪ੍ਰਤਾਪ ਕਰ ਦਿਆਂਗਾ ਕਲਯੁਗ। ਲਿਹੋ ਉਪਾਇਨ ਇਹ ਅਬੈ, ਇਹ ਜਿਹੜੀ ਮੇਰੀ ਭੇਟਾ ਹੈ ਹੁਣੇ ਆਪ ਜੀ ਲੈ ਲਓ ਜੀ। ਕਰਹੁ ਕਿਰਤਾਰਥ ਨਾਥ, ਹੇ ਨਾਥ ਮਾਲਕ ਗੁਰੂ ਨਾਨਕ ਸਾਹਿਬ ਜੀ, ਇਹ ਭੇਟਾ ਲੈ ਕੇ ਮੈਨੂੰ ਸਫਲ ਨਿਹਾਲ ਕਰੋ। ਸ਼ਬਦ ਭੋਗ ਪੌੜੀ ਕਹੀ, ਜੋ ਸ਼ਬਦ ਦੇ ਭੋਗ ਦੀ ਪੌੜੀ ਉਹ ਕਹੀ ਹੈ, ਸ਼ਬਦ ਦੀ ਅਖੀਰਲੀ ਸਮਾਪਤੀ ਦੀ ਪੌੜੀ ਕਹੀ ਸਤਿਗੁਰੂ ਨੇ। ਗੁਰ ਕਲ ਜੁਗ ਕੇ ਸਾਥ, ਗੁਰੂ ਸਾਹਿਬ ਜੀ ਨੇ ਕਲਯੁਗ ਦੇ ਨਾਲ। ਸੁਲਤਾਨ ਹੋਵਾ ਮੇਲ ਲਸਕਰ, ਮਹਾਰਾਜ ਕਹਿਣ ਲੱਗੇ ਵੀ ਕਲਯੁਗ ਅਸੀਂ ਚੱਕਰਵਰਤੀ ਪਾਤਸ਼ਾਹ ਹੋ ਜਾਈਏ, ਭਾਵ ਮੈਂ ਚੱਕਰਵਰਤੀ ਪਾਤਸ਼ਾਹ ਹੋਵਾਂ
ਤੇ ਲਸ਼ਕਰ ਬਹੁਤ ਫੌਜਾਂ ਦਾ ਮੇਲ ਵੀ ਮਿਲਾ ਲਈਏ, ਬਹੁਤ ਫੌਜਾਂ ਨੂੰ ਇਕੱਠੇ ਕਰ ਲਈਏ ਤਖਤ ਰਾਖਾ ਪਾਓ। ਤੇ ਆਪਣਾ ਜਿਹੜਾ ਪਾਓ ਚਰਨ ਤਖਤ ਉੱਪਰ ਰੱਖਾਂ, ਭਾਵ ਉੱਪਰ ਬੈਠਾਂ। ਹੁਕਮ ਹਾਸਲ ਕਰੀ ਬੈਠਾ। ਉਸ ਤਖਤ ਉੱਪਰ ਬੈਠੇ ਬੈਠੇ ਜਿਹੜਾ ਹੁਕਮ ਕਰਕੇ ਤੇ ਜੋ ਚਾਹਾਂ ਉਹ ਹਾਸਲ ਕਰੀ ਬੈਠਾਂ, ਕਿ ਜੋ ਚਾਹੀਏ ਉਹ ਹੁਕਮ ਕਰਕੇ ਹਾਸਲ ਕਰ ਲਵਾਂ। ਨਾਨਕਾ ਸਭ ਵਾਓ। ਗੁਰੂ ਸਾਹਿਬ ਜੀ ਕਹਿੰਦੇ ਫਿਰ ਵੀ ਇੰਨਾ ਕੁਝ ਕਰਕੇ ਸਾਰਾ ਹਵਾ ਦੇ ਬਰਾਬਰ ਹੀ ਇਹ ਹਵਾ ਹੀ ਹੈ। ਮਤ ਦੇਖ ਭੁਲਾ ਵਿਸਰੈ। ਮਤਾਂ ਦੇਖ ਕੇ ਭੁੱਲ ਜਾਈਏ ਤੇ ਵਿਸਰੇ ਕਹੀਏ ਭੁੱਲਿਆ ਹੋਇਆਂ। ਤੇਰਾ ਚਿਤ ਨਾ ਆਵੈ ਨਾਉ। ਇਹ ਪਰਮੇਸ਼ਰ ਤੇਰਾ ਨਾਮ ਹੀ ਚਿੱਤ ਵਿੱਚ ਨਾ ਆਵੇ ਤੇ ਇੰਨੇ ਤਕੜੇ ਚੱਕਰਵਰਤੀ ਪਾਤਸ਼ਾਹ ਹੋ ਜਾਈਏ, ਤੇਰਾ ਨਾਮ ਹੀ ਨਾ ਕਿਤੇ ਆਵੇ, ਚੇਤੇ ਭੁੱਲ ਹੀ ਜਾਈਏ। ਇਹ ਸਾਨੂੰ ਚੱਕਰਵਰਤੀ ਪਾਤਸ਼ਾਹ ਦੀ ਬਾਦਸ਼ਾਹੀ ਨਹੀਂ ਚਾਹੀਦੀ, ਇਹ ਵਾਹਿਗੁਰੂ ਤੇਰਾ ਨਾਮ ਹੀ ਚਾਹੀਦਾ ਹੈ। ਜੋ ਪਈ ਪੁਨ ਕਲ ਬੋਲਿਓ ਹੋਏ ਕਰ ਦੀਨਾ। ਜਦੋਂ ਗੁਰੂ ਸਾਹਿਬ ਜੀ ਨੇ ਕਲਯੁਗ ਦੀ ਕੋਈ ਭੇਟਾ ਨਹੀਂ ਲਈ ਹੈ, ਕਲਯੁਗ ਫਿਰ ਬੜਾ ਦੀਨ ਮਾਣਾ ਜਿਹਾ ਹੋ ਕਰਕੇ ਬੋਲਿਆ। ਸੁਨਹਾ ਗੁਰੂ ਸਭ ਬਿਖੈ ਪਰਬੀਨਾ। ਹੇ ਗੁਰੂ ਸਾਹਿਬ ਜੀ, ਤੁਸੀਂ ਸਾਰਿਆਂ ਵਿੱਚ ਸਿਆਣੇ ਹੋ, ਅੰਤਰਜਾਮੀ ਹੋ ਜੀ, ਸੁਣੋ ਬਚਨ। ਮੇਰੇ ਸਮੇਂ ਬਿਖੈ ਅਵਤਾਰਾ। ਮੇਰੇ ਕਲਯੁਗ ਦੇ ਸਮੇਂ ਵਿੱਚ ਜੋ ਅਵਤਾਰ ਹੈ, ਨਰਨ ਉਦਾਹਰਨ ਕੋ ਤੁਮ ਤਾਰਾ। ਕਲਯੁਗ ਦੇ ਵਿੱਚ ਜਿਹੜੇ ਜੀਵ ਭੁੱਲੇ ਭਟਕੇ ਹੈ ਤੇ ਉਹਨਾਂ ਜੀਵਾਂ ਦਾ ਉਧਾਰ ਕਰਨ ਵਾਸਤੇ ਤੁਸਾਂ ਨੇ ਮੇਰੇ ਕਲਯੁਗ ਦੇ ਸਮੇਂ ਵਿੱਚ ਅਵਤਾਰ ਧਾਰਿਆ ਹੈ ਜੀ। ਅਬ ਮੈਂ ਮਿਲਿਓ ਆਏ ਪਦ ਪਾਸਾ। ਦੇਖ ਲੋ ਮਹਾਰਾਜ, ਹੁਣ ਮੈਂ ਤੁਹਾਡੇ ਚਰਨਾਂ ਪਾਸ ਆ ਕੇ ਆਪ ਹੀ ਮਿਲਿਆ ਹਾਂ। ਮੇਲ ਅਫਲ ਕਿਉਂ ਕਰ ਸੁਖ ਰਾਸਾ। ਸਾਰੇ ਸੁੱਖਾਂ ਦੀ ਰਾਸ ਖਜ਼ਾਨਾ ਗੁਰੂ ਸਾਹਿਬ ਜੀ, ਮੇਰਾ ਜਿਹੜਾ ਮੇਲ ਹੈ ਕਿਉਂ ਤੁਸੀਂ ਨਿਸਫਲ ਕਰਦੇ ਹੋ ਜੀ। ਕੋਏ ਨਾ ਭੇਟ ਮੋਹਿ ਤਾਲੀਨੀ। ਆਪ ਜੀ ਨੇ ਕੋਈ ਵੀ ਭੇਟਾ ਮੇਰੇ ਕਲਯੁਗ ਤੋਂ ਲਈ ਨਹੀਂ, ਗ੍ਰਹਿਣ ਨਹੀਂ ਕੀਤੀ ਹੈ। ਮਮ ਮਨਸਾ ਨਹਿ ਪੂਰਨ ਕੀਨੀ। ਮੈਂ ਤੁਹਾਡੇ ਚਰਨਾਂ 'ਚ ਆਇਆ ਹਾਂ, ਆਪ ਜੀ ਨੇ ਮੇਰੇ ਮਨ ਦੀ ਮਨਸਾ ਕੋਈ ਵੀ ਪੂਰਨ ਨਹੀਂ ਕੀਤੀ। ਜੇ ਤੁਮ ਭੇਟ ਲਿਓ ਮੋਰੀ। ਜੇ ਆਪ ਜੀ ਮੇਰੀ ਭੇਟਾ ਲੈ ਲਓ ਜੀ, ਤੋ ਜਾਨਾ ਕਿਰਪਾ ਭਈ ਤੋਰੀ। ਫਿਰ ਮੈਂ ਕਲਯੁਗ ਜਾਣਾਂਗਾ ਵੀ ਤੁਹਾਡੀ ਮੇਰੇ ਉੱਪਰ ਕਿਰਪਾ ਹੋ ਗਈ ਹੈ। ਨਾ ਤੁਰ ਹਰਖ ਨਾ ਹੋਏ ਔਰ ਮਾਹੀ। ਜਿੰਨਾ ਚਿਰ ਆਪ ਭੇਟਾ ਨਹੀਂ ਲੈਂਦੇ ਤੇ ਸਤਿਗੁਰ ਜੀ ਭੇਟਾ ਤੋਂ ਬਿਨਾ ਮੈਂ ਤਾਂ ਜਿਹੜਾ ਮੇਰੇ ਹਿਰਦੇ ਵਿੱਚ ਖੁਸ਼ੀ ਨਹੀਂ ਹੋਏਗੀ ਕੋਈ ਵੀ। ਮਨ ਰਾਵਰ ਕੀ ਕਰਨਾ ਚਾਹੀ। ਮੈਂ ਤੇ ਮਨ ਵਿੱਚ ਆਪ ਜੀ ਦੀ ਹਮੇਸ਼ਾ ਕਿਰਪਾ ਹੀ ਚਾਹੁੰਦਾ ਵੀ ਕਿਰਪਾ ਹੀ ਬਣੀ ਰਹੇ। ਹਸਿਆ ਤੁਰ ਸੁਨ ਕੈ ਤਿਹ ਬੈਨਾ। ਕਲਯੁਗ ਦੇ ਐਸੇ ਵਿਆਕਲਤਾ ਦੇ ਆਤਰਤਾ ਦੇ ਬਚਨ ਸੁਣ ਕੇ ਸਤਿਗੁਰੂ ਜੀ ਕਿਰਪਾ ਧਾਰ ਬੋਲੇ ਗੁਣ ਐਨਾ। ਗੁਣਾਂ ਦੇ ਘਰ ਜੋ ਗੁਰੂ ਨਾਨਕ ਸਾਹਿਬ ਜੀ ਬਹੁਤ ਕਿਰਪਾ ਹੀ ਧਾਰ ਕੇ ਬੋਲੇ ਐ। ਭੇਟ ਦੇਨ ਕੀ ਚਾਹੇ ਜੇ ਤੋਹੀ। ਕਹਿਣ ਲੱਗੇ ਵੀ ਕਲਯੁਗ ਜੇ ਤੇ ਵੀ ਤੂੰ ਸਾਨੂੰ ਤੂੰ ਭੇਟਾ ਦੇਣ ਦੀ ਤੇਰੀ ਕੋਈ ਚਾਹਨਾ ਇੱਛਾ ਹੈ। ਇਸ ਪ੍ਰਕਾਰ ਕੀ ਦੀਜੈ ਮੋਹੀ। ਉਹ ਇਸ ਪ੍ਰਕਾਰ ਦੀ ਤੂੰ ਭੇਟਾ ਸਾਨੂੰ ਦੇ ਦੇ। ਜੇ ਸਿੱਖ ਹੈ ਮੇਰੇ ਹਿਤਕਾਰੀ। ਉਹ ਕੀ ਭੇਟਾ ਤੂੰ ਦੇ ਵੀ ਪਹਿਲੀ ਗੱਲ ਤਾਂ ਇਹ ਵੀ ਜਿਹੜੇ ਮੇਰੇ ਸਿੱਖ ਹੈ ਨਾ ਪ੍ਰੇਮੀ, ਸਾਡੇ ਨਾਲ ਪਿਆਰ ਕਰਨ ਵਾਲੇ, ਤਿਨ ਪਰ ਸੈਨ ਨਾ ਜਾਏ ਤੁਮਾਰੀ। ਉਹਨਾਂ ਉੱਪਰ ਤੇਰੀ ਜਿਹੜੀ ਸੈਨਾ ਹੈ ਮੋਹ ਰੂਪੀ ਰਾਜੇ ਦੀ ਸੈਨਾ, ਉਹ ਨਾ ਉਹਨਾਂ ਉੱਪਰ ਜਾਏ, ਉਹਨਾਂ ਨੂੰ ਨਾ ਪ੍ਰਭਾਵ ਪਾਵੇ ਆਪਣਾ। ਭਾਵ ਜਿਹੜੇ ਸਾਡੇ ਪ੍ਰੇਮੀ ਹੈ, ਜਿਹੜੇ ਸਾਨੂੰ ਪ੍ਰੇਮ ਕਰਨ ਵਾਲੇ ਹੈ, ਇੱਕ ਤੇ ਹੁੰਦੇ ਨਾ ਵੀ ਗੁਰੂ ਸਾਹਿਬ ਨੂੰ ਪ੍ਰੇਮ ਕਰੀ ਜਾਂਦੇ ਤੇ ਹੋਰ ਪਾਸੇ ਵੀ ਜਾਈ ਆਈ ਜਾਂਦੇ ਆ ਤੇ ਕਹਿ ਦਿੰਦੇ ਨਾਲ ਵੀ ਸਾਰੇ ਥਾਂ ਇੱਕੋ ਹੀ ਆ ਜੀ, ਸਭ ਇੱਕੋ ਹੀ ਆ, ਇੱਦਾਂ ਕਹਿ ਦਿੰਦੇ। ਗੁਰੂ ਸਾਹਿਬ ਜੀ ਨੇ ਇੱਥੇ ਕਿਹਾ ਹੋਇਆ ਵੀ
ਕਾਲਯੁਗ ਜਿਹੜੇ ਸਾਡੇ ਪ੍ਰੇਮੀ ਹੈ, ਭਾਵ ਮੇਰੇ ਹਿਤਕਾਰੀ, ਜਿਹੜੇ ਸਾਨੂੰ ਪ੍ਰੇਮ ਕਰਨ ਵਾਲੇ ਸਿਰਫ ਸਾਨੂੰ, ਉਹਨਾਂ ਉੱਪਰ ਜਿਹੜੀ ਤੇਰੀ ਸੈਨਾ ਮੋਹ ਰੂਪੀ ਰਾਜੇ ਦੀ ਉਹ ਨਾ ਜਾਏ, ਭਾਵ ਪ੍ਰਭਾਵ ਨਾ ਪਾਵੇ ਇਹ ਤੇਰੀ ਸੈਨਾ। ਨਾਮ ਦਾਨ ਇਸਨਾਨ ਜੇ ਸਭ ਹੀ, ਜਿਹੜਾ ਵੀ ਨਾਮ ਜਪਣਾ, ਇਸ਼ਨਾਨ ਕਰਨਾ ਅੰਮ੍ਰਿਤ ਵੇਲੇ, ਧਰਮ ਦੀ ਕਿਰਤ ਕਰਕੇ ਦਾਨ ਕਰਨਾ, ਇਨ ਤੇ ਨਹੀਂ ਭੁਲਾਵਹੁ ਕਬਹੀ। ਇਹਨਾਂ ਤੋਂ ਕਦੀ ਵੀ ਜਿਹੜਾ ਤੂੰ ਜਿਹੜੇ ਮੇਰੇ ਪ੍ਰੇਮੀਆਂ ਨੂੰ ਭੁਲਾਉਣਾ ਨਹੀਂ ਹੈ, ਭਾਵ ਜਿਹੜੇ ਸਾਡੇ ਨਾਲ ਪ੍ਰੇਮ ਕਰਨ ਵਾਲੇ ਆ ਉਹਨਾਂ 'ਤੇ ਤੂੰ ਅਸਰ ਨਹੀਂ ਪਾਉਣਾ ਵੀ ਉਹ ਕਿਤੇ ਇਹ ਨਾ ਹੋਵੇ ਸਵੇਰੇ ਉੱਠਣੀ ਨਾ ਇਸ਼ਨਾਨ ਹੀ ਨਾ ਕਰਨ, ਨਾ ਉਹ ਧਰਮ ਦੀ ਕਿਰਤ ਕਰਕੇ ਦਾਨ ਕਰਨ, ਨਾ ਨਾਮ ਹੀ ਜਪਣ, ਐਸਾ ਨਾ ਹੋਵੇ। ਇਨ ਤੇ ਨਹੀਂ ਭੁਲਾਵ ਹੋ ਕਬਹੀ, ਕਦੀ ਵੀ ਇਹਨਾਂ ਨੂੰ ਭੁਲਾਉਣਾ ਨਹੀਂ ਹੈ। ਉਹ ਸਦਾ ਹੀ ਮੇਰੇ ਪ੍ਰੇਮੀ ਪਿਆਰਾਂ ਦੇ ਵਿੱਚ ਤੂੰ ਇਹ ਕਦੀ ਵਿਗੜ ਨਹੀਂ ਪਾਉਣਾ ਹੈ। ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਨ, ਨਾਮ ਜਪਣ, ਦਾਨ ਪੁੰਨ ਕਰਨ, ਧਰਮ ਦੀ ਕਿਰਤ ਕਰਕੇ ਕਦੀ ਨਾ ਭੁੱਲਣ ਤੇਰੇ ਸਮੇਂ ਵਿੱਚ ਇਹ ਗੁਣ। ਤਵ ਛਾਇਆ ਨਹਿ ਬਰਤੈ ਤਿਨ ਕੋ, ਤਿਨ ਕੋ ਉਹਨਾਂ ਉੱਪਰ, ਮੇਰੇ ਪ੍ਰੇਮੀਆਂ ਉੱਪਰ ਤੇਰੀ ਜਿਹੜੀ ਛਾਇਆ ਕਦੀ ਨਾ ਵਰਤੇ। ਮੋਰ ਭਜਨ ਮੈਂ ਨਿਸ਼ਚਾ ਜਿਨ ਕੋ, ਜਿਨ੍ਹਾਂ ਸੇਵਕਾਂ ਪਿਆਰਾਂ ਦਾ ਸਾਡੇ ਬਚਨਾਂ ਵਿੱਚ ਨਿਸ਼ਚਾ ਹੈ, ਯਕੀਨ ਹੈ, ਭਰੋਸਾ ਹੈ, ਭਾਉ ਹੈ, ਪ੍ਰੇਮ ਹੈ ਵੀ ਉਹਨਾਂ ਉੱਪਰ ਤੇਰੀ ਛਾਇਆ, ਤੇਰੀ ਫੌਜ ਦੀ ਛਾਇਆ ਦਾ ਨਾ ਪ੍ਰਭਾਵ ਵਰਤੇ, ਤੇਰਾ ਪ੍ਰਭਾਵ ਨਾ ਵਰਤੇ। ਹੋਰ ਜਿੰਨਾ ਮਰਜ਼ੀ ਉੱਪਰ ਵਰਤੀ ਜਾਏ, ਕਿਸੇ ਨੂੰ 13 ਵਜੇ ਠਾ, 1 ਵਜੇ ਠਾ, ਦੁਪਹਿਰੇ 2 ਵਜੇ ਠਾ, ਜਿਹੜੇ ਸਾਡੇ ਸੇਵਕ ਹੈ ਉਹਨਾਂ ਉੱਪਰ ਤੇਰਾ ਪ੍ਰਭਾਵ ਨਾ ਪਵੇ, ਨਾ ਤੇਰੀ ਫੌਜ ਦਾ ਹੀ ਪ੍ਰਭਾਵ ਵਰਤੇ। ਜੇ ਤੁਮ ਦੇਣਾ ਤੋ ਇਹ ਦੀਜੈ, ਜੇ ਤੂੰ ਸਾਨੂੰ ਕੁਝ ਦੇਣਾ ਚਾਹੁੰਦਾ ਤੇ ਆ ਕੁਝ ਦੇ। ਮਮ ਸੰਗਤ ਕੋ ਦੁਖੀ ਨਾ ਕੀਜੈ, ਜਿੱਥੇ ਸਾਡੀ ਸਹੀ ਰੂਪ ਵਿੱਚ ਸੰਗਤ ਹੋਏਗੀ, ਜਿੱਥੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ ਵੀ ਨਾਮ ਦੀ ਕਮਾਈ ਹੋ ਰਹੀ ਹੋਵੇਗੀ, ਉੱਥੇ ਦੁੱਖ ਨਹੀਂ ਦੇਣਾ ਕਰਨਾ, ਦੁੱਖ ਨਹੀਂ ਕਰਨਾ ਹੈ। ਉੱਥੇ ਜਾ ਕੇ ਐਵੇਂ ਹੜਕੰਬ ਪੁਣਾ ਨਹੀਂ ਪਾਉਣਾ ਹੈ, ਵਿੱਚ ਰੌਲਾ ਨਹੀਂ ਤੂੰ ਪਾਉਣਾ ਜਾ ਕੇ। ਜਿਹੜੇ ਕਿਤੇ ਨਾਮ ਜਪਦੇ ਹੋਣਗੇ, ਗੁਰਬਾਣੀ ਪੜ੍ਹਦੇ ਹੋਣਗੇ, ਕਥਾ ਸੁਣਦੇ ਹੋਣਗੇ, ਕੀਰਤਨ ਕਰਦੇ ਹੋਣਗੇ, ਉਹਨਾਂ ਮੇਰੀ ਸੰਗਤ ਜੁੜੀ ਹੋਈ ਨੂੰ ਤੂੰ ਦੁੱਖ ਨਹੀਂ ਦੇਣਾ ਕਰਨਾ ਹੈ। ਕਲ ਜੁਗ ਬੋਲਿਓ ਦੁਆ ਕਰ ਜੋਰੇ, ਕਾਲ ਯੁਗ ਜਿਹੜਾ ਦੋਵੇਂ ਹੱਥ ਜੋੜ ਕੇ ਬੋਲਿਆ, ਕਹਾਂ ਪ੍ਰਭੂ ਤਵ ਚਰਨ ਨਿਹੋਰੇ। ਕਹਿਣ ਲੱਗਾ ਮਹਾਰਾਜ ਮੈਂ ਤੁਹਾਡੇ ਚਰਨ ਪੂਜ ਕੇ ਮੈਂ ਕਹਿੰਦਾ ਹਾਂ ਜੀ, ਆਇਸ ਮੈਂ ਤੁਮਰੀ ਸਿਰ ਧਰਨੀ, ਤੁਹਾਡੀ ਜੋ ਆਗਿਆ ਹੈ ਉਹ ਤੇ ਮੈਂ ਸਿਰ ਉੱਪਰ ਰੱਖਣੀ ਹੈ ਜੀ, ਸਿਰ ਖਿੜੇ ਮੱਥੇ ਮੰਨਣੀ ਹੈ ਜੀ। ਆਸ ਨਹਿ ਗਮਤਾ ਮੂਰਨ ਕਰਨੀ, ਐਸੀ ਤੇ ਮੇਰੇ ਵਿੱਚ ਗਮਤਾ ਸਮਰੱਥਾ ਹੀ ਨਹੀਂ ਹੈ, ਪਹੁੰਚ ਹੀ ਨਹੀਂ ਹੈ ਵੀ ਤੁਹਾਡੀ ਆਗਿਆ ਨੂੰ ਮੋੜ ਨਹੀਂ ਕਰਾਂ, ਵੀ ਮੈਂ ਮੋੜ ਦੇਵਾਂ, ਆਖਾਂ ਵੀ ਐਂ ਨਹੀਂ ਕरूँ, ਮੈਂ ਤੇ ਕਲਯੁਗ ਹਾਂ, ਆਪਣੀ ਮਰਜ਼ੀ ਕਰਾਂਗਾ, ਐਸੀ ਤੇ ਮੇਰੀ ਪਹੁੰਚ ਹੀ ਨਹੀਂ ਹੈ ਮਹਾਰਾਜ। ਦੋਹਰਾ ਏਕੰਕਾਰ ਆਇਸ ਮੁਝੈ, ਬਾਕੀ ਮੈਂ ਆਪ ਜੀ ਨੂੰ ਦੱਸਦਾ ਵੀ ਇੱਕ ਓੰਕਾਰ ਜੋ ਪਰਮੇਸ਼ਰ ਹੈ ਉਸ ਦੀ ਐਸੀ ਆਗਿਆ ਹੈ ਮੈਨੂੰ, ਸੋ ਤੁਮ ਕਹੋ ਸੁਨਾਏ। ਜੋ ਵਾਹਿਗੁਰੂ ਪਰਮੇਸ਼ਰ ਦੀ ਮੈਨੂੰ ਆਗਿਆ ਹੈ ਉਹ ਮੈਂ ਤੁਹਾਨੂੰ ਸੁਣਾ ਕੇ ਕਹਿੰਦਾ ਹਾਂ ਜੀ, ਤੁਸੀਂ ਸੁਣੋ। ਬੁੱਧ ਸਬਨ ਵਿਪਰੀਤ ਕਰ, ਉਹ ਪਰਮੇਸ਼ਰ ਵਾਹਿਗੁਰੂ ਨੇ ਮੈਨੂੰ ਕੀ ਕਿਹਾ ਵੀ ਕਲਯੁਗ ਤੈਨੂੰ ਸ਼ਕਤੀ ਦੇ ਦਿੱਤੀ ਹੈ, ਜਦ ਤੇਰਾ ਰਾਜ ਹੋਏਗਾ ਤੂੰ ਸਾਰੇ ਜਿੰਨੇ ਜੀਵ ਉਹਨਾਂ ਦੀ ਜਿਹੜੀ ਅਕਲ ਮਤ ਬੁੱਧੀ ਹੈ ਉਲਟੀ ਕਰਕੇ ਰੱਖ ਦੇ, ਪਲਟਾ ਦੇ ਬੁੱਧੀ ਸਭ ਦੀ। ਦੇਹੋ ਕੋ ਕਰਮ ਚਲਾਏ, ਸਾਰਿਆਂ ਨੂੰ ਖੋਟੇ ਕਰਮਾਂ 'ਚ ਚਲਾ ਦੇ, ਖੋਟੇ ਕਰਮਾਂ 'ਚ ਲਾ ਦੇ, ਕੋਈ ਚੱਜ ਦਾ ਕੰਮ ਨਾ ਕਰੇ ਤੇਰੇ ਸਮੇਂ ਵਿੱਚ। ਚੌਪਈ ਚੋਰੀ ਯਾਰੀ ਨਿੰਦਾ ਕੂਰਮ, ਫਿਰ ਕਹਿਣ ਲੱਗਾ, ਕਹਿੰਦਾ ਸਤਿਗੁਰ ਜੀ ਜਿਹੜੀ ਆ ਚੋਰੀ ਕਰਨੀ ਹੈ, ਯਾਰੀ ਕਰਨੀ ਹੈ, ਕਿਸੇ ਦੀ ਨਿੰਦਿਆ ਕਰਨੀ ਤੇ ਝੂਠ ਬੋਲਣਾ, ਗੱਪਾਂ ਵੱਢਣੀਆਂ ਹਨ। ਲੰਪਟ ਲੋਭੀ ਤ੍ਰਿਸ਼ਨਾ ਪੂਰੰ, ਵਿਸ਼ੇ ਲੰਪਟ ਲੈਣਾ ਰਹਿਣਾ ਤੇ ਮਾਇਆ ਦੇ ਲੋਭੀ ਰਹਿਣਾ, ਕੁੱਤੇ ਜੇ ਬਣ ਕੇ। ਤ੍ਰਿਸ਼ਨਾ ਬਹੁਤ ਹੀ ਤ੍ਰਿਸ਼ਨਾ ਦੇ ਲੱਗੀ ਲਾ ਦੇਣੀ, ਲੱਗੀ ਰਹਿਣੀ ਕਿ ਕੋਟ ਜੋਰੇ ਲਾਹ ਕਰੋਰੇ ਮਰਨਾ ਹੋਰੇ,
ਤ੍ਰਿਸ਼ਨਾ ਵਿਰਲੇ ਹੀ ਕੀ 부ਜੀ ਹੈ। ਵੀ ਤ੍ਰਿਸ਼ਨਾ ਵਿਰਲੇ ਦੀ ਬੁੱਝੀ ਬਾਕੀ ਸਭ ਨੂੰ ਹੈ ਲੱਗੀ ਹੋਈ ਹੈ। ਇਹ ਤੇ ਸਹਿਸ ਖੱਟੇ ਲਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਬਹੁਤੀ ਜਿਹੜੀ ਤ੍ਰਿਸ਼ਨਾ ਹੈ ਬਾਟ ਪਾਰ ਸੋ ਸੂਰ ਕਹਾਵਹਿ। ਫਿਰ ਜਿਹੜਾ ਰਾਹ ਮਾਰਿਆ, ਡਾਕੇ ਮਾਰਨ ਵਾਲਾ, ਠੱਗੀਆਂ ਮਾਰਨ ਵਾਲਾ, ਲਟੇਰਾ, ਮਹਾਰਾਜ ਮੇਰੇ ਸਮੇਂ ਵਿੱਚ ਉਹ ਜਿਹੜੇ ਸੂਰਮੇ ਕਹਾਉਣਗੇ, ਸੂਰਮੇ ਆਖੇ ਜਾਣਗੇ, ਇਹੋ ਜਿਹੇ ਔਗਣਾਂ ਵਾਲੇ। ਕ੍ਰਿਸ਼ਨ ਬੜੇ ਆਦਰ ਕੋ ਪਾਵਹਿ। ਜਿਹੜੇ ਚੁਗਲਖੋਰ ਹੈ ਉਹ ਬੜੇ ਆਦਰ ਨੂੰ ਪਾਉਣਗੇ। ਚੁਗਲਖੋਰਾਂ ਦੀ ਆਓ ਭਗਤੀ ਹੋਏਗੀ, ਕਹਿਣਗੇ ਬਹੁਤ ਸਾਹਿਬ ਜੀ ਇੱਥੇ ਆ ਕੇ। ਜਿਹੜਾ ਚੁਗਲੀਆਂ ਕਰੇਗਾ ਉਹਦਾ ਬਹੁਤਾ ਆਦਰ ਕਰਨਗੇ ਮੇਰੇ ਸਮੇਂ ਵਿੱਚ ਲੋਕ ਉਸ ਚੁਗਲਖੋਰ ਦਾ। ਬਹੁ ਬੋਲਤ ਸੇ ਗੁਣੀ ਕਹਾਵਹਿ। ਫਿਰ ਜਿਹੜਾ ਬਹੁਤਾ ਬੋਲਦਾ ਹੋਊਗਾ, ਐਵੇਂ ਬੋਲੀ ਜਾਏਗਾ, ਉੱਚੀ ਉੱਚੀ ਦੱਬ ਕੇ, ਐ ਠੋਕ ਠੋਕ ਕੇ ਬੋਲੀ ਜਾਏਗਾ, ਉਹਨੂੰ ਉਹ ਗੁਣੀ ਕਹਾਵੇਗਾ ਮੇਰੇ ਸਮੇਂ ਵਿੱਚ। ਉਹਨੂੰ ਕਹਿਣਗੇ ਵੀ ਇਹ ਬੜਾ ਕਥਾਵਾਚਕ ਹੈ, ਇਹ ਬੜਾ ਬੁਲਾਰਾ ਹੈ ਜੀ, ਬੜਾ ਗੁਣ ਵਾਲਾ ਹੈ। ਸਾਚ ਕਹੈ ਤਿਸ ਸਾਠ ਠਹਿਰਾਵਹਿ। ਜਿਹੜਾ ਮਹਾਰਾਜ ਸੱਚ ਕਹੇਗਾ, ਸੱਚ ਦੀ ਗੱਲ ਕਹੇਗਾ, ਉਹਨੂੰ ਮੂਰਖ ਠਹਿਰਾਉਣਗੇ, ਕਹਿਣਗੇ ਵੀ ਇਹ ਮੂਰਖ ਹੈ, ਐਵੇਂ ਪੁਰਾਣੀਆਂ ਗੱਲਾਂ ਕਰਦਾ ਹੈ, ਪੁਰਾਣੇ ਮਾਡਲ ਦਾ ਗਿਆਨੀ ਹੈ। ਦੁਨੀਆ ਨ ਕੇਰ ਨਿਰਾਦਰ ਹੋ। ਜਿਹੜੇ ਮੇਰੇ ਸਮੇਂ ਵਿੱਚ ਗੁਣੀ ਲੋਕ ਹੋਣਗੇ ਉਹਨਾਂ ਦਾ ਨਿਰਾਦਰ ਹੋਊਗਾ, ਲੋਕ ਉਹਨਾਂ ਨੂੰ ਭੰਡਿਆ ਕਰਨਗੇ। ਗੁਣੀਆਂ ਨੂੰ ਕੋਈ ਥਾਂ ਨਹੀਂ ਹੈ, ਪਖੰਡ ਪੂਜਾ ਨੂੰ ਥਾਂ ਹੋਏਗੀ। ਭੂਪ ਨਿਕਟ ਬੈਠੈ ਸਠ ਜੋ। ਫਿਰ ਮਹਾਰਾਜ ਹੋਰ ਵੀ ਮੇਰੇ ਸਮੇਂ ਵਿੱਚ ਜਿੰਨੇ ਰਾਜੇ ਹੋਣਗੇ ਤੇ ਉਹਨਾਂ ਲਾਗੇ ਕੋਈ ਸਿਆਣਾ ਪੁਰਸ਼ ਨਹੀਂ ਬੈਠੇਗਾ, ਮੂਰਖ ਲਾਣਾ ਇਕੱਠਾ ਹੋਇਆ ਫਿਰੇਗਾ ਆਲੇ ਦੁਆਲੇ। ਦੋਹਰਾ ਕਲ ਮਲ ਆਲਾ ਹੋਏ ਨਰ। ਫਿਰ ਕਹਿੰਦਾ ਵੀ ਮਹਾਰਾਜ ਸਾਰੇ ਜਿੰਨੇ ਪੁਰਸ਼ ਹੈ ਨਾ ਮੇਰੇ ਸਮੇਂ ਵਿੱਚ ਉਹ ਪਾਪਾਂ ਦਾ ਘਰ ਹੀ ਹੋਣਗੇ। ਕਿਰਪਨ ਨਾ ਕਰਹਿ ਦਾਨ। ਕੰਜੂਸ ਐਸੇ ਹੋ ਜਾਣਗੇ, ਧਰਮ ਦੀ ਖਾਤਰ ਕਦੇ ਦਾਨ ਪੁੰਨ ਨਹੀਂ ਕਰਨਗੇ। ਇਹ ਕਿਤੇ ਧਰਮ ਦੀ ਖਾਤਰ ਦਾਨ ਵਿੱਚ ਮਾਇਆ ਨਹੀਂ ਲਾਉਣਗੇ, ਉੱਦਾਂ ਦੇ ਲੱਖਾਂ ਰੁਪਏ ਰੋੜ ਦੇਣਗੇ। ਆ ਜਿਵੇਂ ਹੁਣ ਕਹਿ ਹੀ ਦਿੰਦੇ ਨਾ, ਆਖੇ ਜੀ ਪਾਠੀਆਂ ਨੇ ਤੇ 5000 ਰੁਪਇਆ ਕਰ ਦਿੱਤਾ ਹੈ, ਬੜੀ ਤੰਗੀ ਆ ਗਈ ਹੈ। ਤੇ ਆ ਜਿਹੜੀ ਨੱਚਣ ਨੁੱਚਣ ਵਾਲੀਆਂ ਉਹਨਾਂ ਤੋਂ 25 30 ਹਜ਼ਾਰ ਰੁਪਇਆ ਮਿੰਟੋ ਮਿੰਟੀ ਵਾਰ ਦਿੰਦੇ ਹੈ। ਆ ਗੁਰੂ ਘਰ ਦਾ ਰਮਾਲਾ 300-400 ਦਾ ਲਿਆਉਣਾ ਹੈ, 1800 ਦੀ ਟਾਈ ਲਾ ਲੈਣੀ ਗਲ ਵਿੱਚ ਪਾ ਕੇ। ਐਵੇਂ ਉਹ ਜਿਹੜਾ ਐਸੇ ਕੰਜੂਸ ਹੋ ਜਾਣਗੇ ਵੀ ਆਪਣੇ ਪੈਂਟ ਕੋਟ ਦੇ ਮਹਿੰਗੇ ਪਾਉਣਗੇ, ਗੁਰੂ ਘਰ ਕਹਿਣਗੇ ਵੀ ਇੰਨੀ ਕੀ ਲੋੜ ਮਹਿੰਗੀ ਚੀਜ਼ ਲਿਆਉਣ ਦੀ, ਇਹ ਟਾਈਮ ਪਾਸ ਕਰਨਾ ਚਾਹੀਦਾ ਹੈ, ਗੁਰੂ ਨੂੰ ਕਿਹੜੀ ਰਮਾਲਿਆਂ ਦੀ ਲੋੜ ਹੈ। ਐਸੇ ਕੰਜੂਸ ਹੋ ਜਾਣਗੇ, ਦਾਨ ਪੁੰਨ ਧਰਮ ਦੀ ਖਾਤਰ ਬਿਲਕੁਲ ਨਹੀਂ ਕਰਨਗੇ, ਮਾੜੇ ਕੰਮਾਂ ਵਿੱਚ ਲੱਖਾਂ ਰੁਪਏ ਰੋੜ ਦੇਣਗੇ ਲੋਕ। ਧਰਮ ਤੇ ਵਿਪਰੀਤ ਹੋਏ। ਜਿਹੜਾ ਅਕਾਲੀ ਧਰਮ, ਸੱਚਾ ਸੁੱਚਾ ਧਰਮ, ਉਹ ਤੋਂ ਤੇ ਬਿਲਕੁਲ ਹੀ ਉਲਟੇ ਹੋ ਜਾਣਗੇ। ਪਾਵਹਿ ਕਸ਼ਟ ਨਿਦਾਨ। ਜਿਸ ਕਰਕੇ ਅੰਤ ਨੂੰ ਇਹ ਲੋਕ ਕਸ਼ਟ ਵੀ ਬਹੁਤਾ ਪਾਉਣਗੇ, ਦੁਖੀ ਬਹੁਤੇ ਹੋਣਗੇ, ਚੀਕਾਂ ਮਾਰਨਗੇ, ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਜਮਾਲਿਆ। ਚੌਪਈ ਦਿਜ ਵਿਵਹਾਰੀ ਬਹੁਰ ਕਿਸਾਨਾ। ਫਿਰ ਗੁਰੂ ਸਾਹਿਬ ਜੀ ਹੋਰ ਵੀ ਸੁਣੋ ਵੀ ਜਿਹੜੇ ਦਿਜ ਹੈ, ਆ ਬ੍ਰਾਹਮਣ, ਜਿਹੜੇ ਕੋਈ ਸਿਮਰਤੀਆਂ ਪੜ੍ਹਨ ਵਾਲੇ, ਸ਼ਾਸਤਰ ਪੜ੍ਹਨ ਵਾਲੇ, ਵੇਦਾਂ ਨੂੰ ਪੜ੍ਹਨ ਵਾਲੇ, ਪੁਰਾਣਾਂ ਨੂੰ ਪੜ੍ਹਨ ਵਾਲੇ, ਜਿਹੜੇ ਦਿਜ ਬ੍ਰਾਹਮਣ ਹੈ ਉਹ ਵਿਹਾਰੀ ਹੋ ਜਾਣਗੇ, ਲੈਣ ਦੇਣ ਵਾਲੇ ਹੋ ਜਾਣਗੇ। ਆ ਛੱਡ ਕੇ ਵੇਦ ਪੁਰਾਣ ਤੇ ਕਹਿਣਗੇ ਵੀ ਕੀ ਪੜ੍ਹ ਕੇ ਕਰਨਾ ਵੇਦ, ਆ ਕੋਈ ਬਿਜ਼ਨਸ ਹੀ ਖੋਲ੍ਹ ਲਈ, ਉਹ ਬਿਜ਼ਨਸ ਖੋਲ੍ਹ ਲੈਣਗੇ, ਨੌਕਰੀਆਂ ਕਰਨਗੇ, ਦੁਕਾਨਾਂ ਕਰਨਗੇ, ਵਪਾਰੀ ਬਣ ਜਾਣਗੇ। ਤੇ ਇਸੇ ਤਰ੍ਹਾਂ ਜਿਹੜੇ ਕਿਸਾਨ ਹਨ, ਖੇਤੀਬਾੜੀ ਕਰਨ ਵਾਲੇ, ਤਿਨ ਕੋ ਆਦਰ ਹੋਏ ਮਹਾਨਾ। ਉਹਨਾਂ ਦਾ ਬਹੁਤ ਸਤਿਕਾਰ ਹੋਏਗਾ, ਕਹਿਣਗੇ ਵੀ ਇਹੋ ਹੀ ਤਾਰ ਰਹੇ ਆ ਸਭ ਨੂੰ, ਇਹਨਾਂ ਦੇ ਸਿਰ 'ਤੇ ਸਭ ਕੁਝ ਚੱਲ ਰਿਹਾ ਹੈ। ਇਹ ਜਿਹੜੇ ਦਿਜ ਬ੍ਰਾਹਮਣ ਹੈ ਇਹ ਵਪਾਰੀ ਬਣ ਜਾਣਗੇ, ਕਿਸਾਨ ਆਦਿਕਾਂ ਦਾ ਬਹੁਤ ਜਿਹੜਾ ਆਦਰ ਹੋਏਗਾ। ਵੇਦ ਪਾਠ ਕੀ ਤਤ ਵਿਚਾਰੀ। ਵੇਦਾਂ ਦਾ ਪਾਠ ਕਰਨ ਵਾਲੇ, ਭਾਵ ਜਿਹੜੇ ਬ੍ਰਹਮ ਵਿਦਿਆ ਪੜ੍ਹਨ ਵਾਲੇ ਹੈ ਨਾ ਗਿਆਨੀ,
ਤੇ ਤਤ ਬ੍ਰਹਮ ਦੀ ਵਿਚਾਰ ਕਰਨ ਵਾਲੇ ਬ੍ਰਹਮ ਗਿਆਨੀ ਹਨ। ਤਿਨਹ ਕਹਿਤ ਇਹ ਫਿਰਤ ਖੁਆਰੀ। ਉਹਨਾਂ ਨੂੰ ਲੋਕ ਕਹਿਣਗੇ, ਕਹਿੰਦੇ ਵੀ ਐਵੇਂ ਖੱਜਲ ਖਵਾਰੀ ਕਰਦੇ ਫਿਰਦੇ ਐ, ਆਪ ਵੀ ਵਿਗੜਿਆ, ਲੋਕਾਂ ਦੇ ਨਿਆਣੇ ਦੀ ਵੀ ਜੜ੍ਹਾਂ ਪੁੱਟ ਰਹੇ ਐ, ਐਵੇਂ ਕਿਤਾਬਾਂ ਜੀ ਚੁੱਕੀ ਫਿਰਦੇ ਧਰਮ ਗ੍ਰੰਥ। ਉਹਨਾਂ ਨੂੰ ਬ੍ਰਹਮ ਵਿਦਿਆ ਪੜ੍ਹਨ ਵਾਲਿਆਂ ਨੂੰ ਖੱਜਲ ਖਵਾਰੀ ਕਰਦੇ ਫਿਰਦੇ ਕਹਿਣਗੇ। ਉਹਨਾਂ ਨੂੰ ਕਹਿਣਗੇ ਵੀ ਐਵੇਂ ਹੀ ਮੂਰਖਾਂ ਦਾ ਝੁੰਡ ਇਕੱਠਾ ਹੋ ਕੇ ਤੁਰਿਆ ਫਿਰਦਾ ਸਾਡੇ ਪਿੰਡ। ਭੂਪ ਕਹਿ ਹਮ ਕੋ ਨਿਤ ਟੋਟੂ। ਮਹਾਰਾਜ ਜਿਹੜੇ ਰਾਜੇ ਹੋਣਗੇ ਉਹ ਸਾਰੇ ਹਮੇਸ਼ਾ ਇਹੀ ਰੋਂਦੇ ਰਿਹਾ ਕਰਨਗੇ, ਸਾਨੂੰ ਟੋਟਾ ਪੈ ਗਿਆ, ਸਾਨੂੰ ਤੇ ਘਾਟਾ ਪੈ ਗਿਆ ਹੈ। ਅੱਜ ਜਿਵੇਂ ਸਰਕਾਰਾਂ ਦਾ ਹਾਲਤ ਹੁਣ ਹੋਈ ਪਈ ਹੈ ਨਾ, ਪਿਛੇ ਜੇ 2 ਮਹੀਨੇ ਪਹਿਲਾਂ ਕਹਿੰਦੇ ਜੇ ਸ਼ਰਾਬ ਨਹੀਂ ਨਾ ਸਾਡੀ ਵਿਕਦੀ ਸਾਨੂੰ ਤੇ 600 ਕਰੋੜ ਦਾ ਘਾਟਾ ਪੈਂਦਾ, ਇਹ ਕੌਣ ਪੂਰਾ ਕਰੂਗਾ। ਜਿਸ ਕਰਕੇ ਗੁਰੂ ਘਰ ਬੰਦ ਤੇ ਉਹਨਾਂ ਠੇਕੇ ਖੋਲੇ ਸਨ, ਕਹਿੰਦੇ ਟੋਟਾ ਪੈ ਗਿਆ ਸਾਨੂੰ। ਪ੍ਰਜਾ ਕਹੇ ਹਮ ਲਹਿ ਕਸੋਟੂ। ਤੇ ਕੀ ਕਹਿੰਦੇ ਵੀ ਪਰਜਾ ਨੂੰ ਛੱਡਣਾ ਕੋਈ ਨਹੀਂ, ਪਰਜਾ ਕਦੇ ਖੋ ਲੈਣਾ ਹੈ, ਜਾਂ ਪਰਜਾ ਕਹੇ ਪਰਜਾ ਕਹਿੰਦੀ ਵੀ ਅਸੀਂ ਲੁੱਟ ਖੋਹ ਕਰ ਲਈਏ। ਇਸੇ ਤਰ੍ਹਾਂ ਜਿਹੜੇ ਰਾਜੇ ਹੈ ਭਾਵ ਜਿਹੜੇ ਸਰਕਾਰਾਂ ਹੋਣਗੀਆਂ ਉਹ ਤੇ ਲੁੱਟ ਕੇ ਖਾਣਗੀਆਂ ਪਰਜਾ ਨੂੰ। ਸੰਨਿਆਸੀ ਸੰਚਹ ਬਹੁ ਧਨ ਕੋ। ਜਿਹੜੇ ਸੰਨਿਆਸੀ ਆਪਣੇ ਆਪ ਨੂੰ ਤਿਆਗੀ ਕਹਾਉਂਦੇ ਵੀ ਅਸੀਂ ਹੱਥ ਨਹੀਂ ਲਾਉਂਦੇ ਪੈਸੇ ਨੂੰ, ਉਹ ਬਹੁਤੇ ਪੈਸੇ ਇਕੱਠੇ ਕਰਨਗੇ ਚੋਰੀ ਚੋਰੀ। ਅਸਨ ਬਸਨ ਅਲਪ ਗ੍ਰਸਤਨ ਕੋ। ਜਿਹੜੇ ਵਿਚਾਰੇ ਗ੍ਰਸਤੀ ਹੋਣਗੇ ਉਹਨਾਂ ਨੂੰ ਤੇ ਥੋੜਾ ਬਹੁਤਾ ਕਿਤੇ ਕੱਪੜਾ ਤੇ ਜਾਂ ਥੋੜਾ ਬਹੁਤਾ ਭੋਜਨ ਮਿਲ ਜਾ ਕਰੇਗਾ ਗੁਜ਼ਾਰੇ ਮਾਤਰ। ਤੇ ਉਹ ਇਵੇਂ ਗੱਲ ਹੈ ਵੀ ਹੈ, ਸਰਕਾਰਾਂ ਜਿਹੜੀਆਂ ਰੱਜਣਗੀਆਂ। ਔਰ ਗਣਨ ਕਰ ਕਹਾਂ ਸੁਣਾਉ। ਮਹਾਰਾਜ ਹੋਰ ਜਿਹੜੀ ਗਿਣਤੀ ਮੈਂ ਕਿੱਥੋਂ ਤੱਕ ਕਰਕੇ ਸੁਣਾਵਾਂ ਆਪਣੀ। ਹੋਰ ਸਮੇਂ ਕੋ ਜਾਨ ਪ੍ਰਭਾਉ। ਮੇਰੇ ਸਮੇਂ ਦਾ ਜੋ ਤੇਜ ਪ੍ਰਤਾਪ ਹੋਏਗਾ। ਜਹ ਸਤ ਤਪ ਬ੍ਰਤ ਧਰਮ ਉਪਾਸਨਾ। ਜਿੱਥੇ ਕੋਈ ਸਤ ਪ੍ਰਦਗੀ ਹੋਏਗਾ ਵੀ ਮੈਂ ਸੱਚ ਬੋਲਣਾ ਹੈ, ਸੱਚ ਤੇ ਪਹਿਰਾ ਦੇਣਾ ਹੈ। ਇਸੇ ਤਰ੍ਹਾਂ ਤਪ ਕਰਨ ਵਾਲਾ ਤਪੀਆ, ਬ੍ਰਤ ਆ ਨਿਯਮ ਰੱਖਣ ਵਾਲਾ, ਨਿਯਮ 'ਚ ਰਹਿਣ ਵਾਲਾ ਨੇਮ 'ਚ, ਫਿਰ ਸਵੈ ਧਰਮ ਵਿੱਚ ਰਹਿਣ ਵਾਲਾ, ਤੇ ਜਿਹੜੀ ਆ ਉਪਾਸਨਾ ਪੂਜਾ ਕਰਨੀ ਹੈ। ਸਭ ਇੱਕ ਬਾਰ ਹੈ ਕਰੋ ਬਿਨਾਸਨ। ਸਾਰੀ ਮਹਾਰਾਜ ਮੈਂ ਇੱਕੇ ਵਾਰ ਹੀ ਨਾਸ ਕਰਕੇ ਰੱਖ ਦਿਆਂਗਾ, ਨਾ ਸੱਚੀ ਕਿਤੇ ਰਹਿਣ ਦੇਵਾਂਗਾ, ਝੂਠ ਹੀ ਝੂਠ ਕਰ ਦੇਵਾਂਗਾ। ਤਪ ਕਿਤੇ ਰਹਿਣ ਨਹੀਂ ਦੇਵਾਂਗਾ, ਨਾ ਕਿਸੇ ਦਾ ਨਿਯਮ ਰਹਿਣ ਦਿਆਂਗਾ, ਨਾ ਧਰਮ ਵਿੱਚ ਪੱਕਿਆਂ ਰਹਿਣ ਦੇਵਾਂਗਾ, ਨਾ ਪੂਜਾ ਹੀ ਰਹਿਣ ਦਿਆਂਗਾ। ਸਭ ਇੱਕੇ ਥਾਂ ਹੀ ਨਾਸ ਕਰ ਦੂੰਗਾ ਇੱਕੇ ਵਾਰ 'ਚ ਹੀ। ਤਾਂ ਹੀ ਲੋਕ ਕਹਿੰਦੇ ਜਿਹੜਾ ਕੋਈ ਕਰੇ ਉਹਨੂੰ ਕਹਿੰਦੇ ਪਖੰਡ ਕਰਦਾ ਇਹ। ਦੋਹਰਾ ਆਇਸ ਆਸ ਕਰਤਾਰ ਕੀ। ਐਸੀ ਮੈਨੂੰ ਕਰਤਾਰ ਪਰਮੇਸ਼ਰ ਦੀ ਆਗਿਆ ਸੀ। ਸੋ ਤੁਮਾਰੀ ਹੀ ਹੋਏ। ਉਹ ਮਹਾਰਾਜ ਪਰਮੇਸ਼ਰ ਹੋ, ਤੁਸੀਂ ਹੀ ਹੋ, ਤੁਹਾਡੀ ਹੀ ਆਗਿਆ ਸੀ। ਅਬ ਜਹ ਬਿਦ ਉਚਰੋ ਪ੍ਰਭੂ। ਹੁਣ ਜਿਸ ਤਰ੍ਹਾਂ ਤੁਸੀਂ ਪ੍ਰਭੂ ਜੀ ਮੈਨੂੰ ਕਹਿੰਦੇ ਹੋ ਮੈਂ ਮੰਨਾਂਗਾ ਸੋਏ। ਮੈਂ ਉਸੇ ਤਰ੍ਹਾਂ ਹੀ ਮਹਾਰਾਜ ਮੰਨ ਲਵਾਂਗਾ, ਕਿਉਂਕਿ ਪਹਿਲਾਂ ਤੁਸੀਂ ਮੈਨੂੰ ਇਸ ਤਰ੍ਹਾਂ ਕਿਹਾ ਸੀ, ਹੁਣ ਇਸ ਤਰ੍ਹਾਂ ਕਹਿ ਦਿੱਤਾ, ਉਸੇ ਤਰ੍ਹਾਂ ਹੀ ਕਰ ਲਵਾਂਗਾ ਜੀ। ਚੌਪਈ ਮੈਂ ਆਏ ਸਰਾਵਰ ਅਨਸਾਰੀ। ਮੈਂ ਤੇ ਆਪ ਜੀ ਦਾ ਸੇਵਕ ਹਾਂ, ਕਲਯੁਗ ਹਮੇਸ਼ਾ ਤੁਹਾਡੀ ਆਗਿਆ ਦੇ ਅਨਸਾਰੀ ਹਾਂ ਜੀ। ਤਦਪ ਲਿਹੋ ਕੁਛ ਭੇਟ ਹਮਾਰੀ। ਫੇਰ ਵੀ ਮਹਾਰਾਜ ਮੈਂ ਤੁਹਾਡੇ ਚਰਨਾਂ 'ਚ ਆਇਆ ਸੇਵਕ, ਮੇਰੀ ਕੁਝ ਨਾ ਕੋਈ ਤੇ ਭੇਟਾ ਲਾਓ ਨਾ ਤੁਸੀਂ। ਕੰਚਨ ਮੰਦਰ ਦਰਬ ਮਹਾਨਾ। ਸੋਨੇ ਦੇ ਮੰਦਰ ਮਕਾਨ, ਬਹੁਤਾ ਪੈਸਾ। ਜਬ ਲੇਵੋ ਹੋਵੋ ਹਰ ਖਾਨਾ। ਜਦੋਂ ਤੁਸੀਂ ਸੋਨੇ ਦੇ ਮੰਦਰਾਂ ਵਿੱਚ ਠਹਿਰੋਗੇ, ਪੈਸਾ ਬਹੁਤਾ ਲਓਗੇ, ਮੈਂ ਖੁਸ਼ ਹੋਵਾਂਗਾ ਵੀ ਮੇਰਾ ਲੈ ਲਿਆ ਸਤਿਗੁਰ ਜੀ ਨੇ ਸਾਰਾ ਕੁਝ। ਸੁਣ ਕਰ ਬਿਗਸੇ ਸ੍ਰੀ ਗੁਣ ਖਾਨੀ। ਸੁਣ ਕਰਕੇ ਸਤਿਗੁਰ ਜੀ ਬੜੇ ਖਿੜਖੜਾ ਕੇ ਹੱਸੇ ਐ। ਵੈ ਪ੍ਰਸੰਨ ਬੋਲੇ ਤਬ ਬਾਣੀ। ਮਹਾਰਾਜ ਬੜੇ ਖੱਸੇ ਐ ਵੀ ਕਲਯੁਗ ਨੇ ਬਿਲਕੁਲ ਸੱਚੋ ਸੱਚ ਹੀ ਕਹਿ ਦਿੱਤਾ ਹੈ, ਜਿਸ ਕਰਕੇ ਪ੍ਰਸੰਨ ਹੋ ਕੇ ਮਹਾਰਾਜ ਬਾਣੀ ਬਚਨ ਬੋਲੇ। ਸਭ ਜੁਗ ਤੇ ਬੜ ਤੇਜ ਤੁਮਾਰਾ। ਮਹਾਰਾਜ ਕਹਿ ਲੱਗੇ ਵੀ ਕਲਯੁਗ ਤੂੰ ਬਿਲਕੁਲ ਸੱਚ ਕਿਹਾ ਹੈ ਸਾਡੇ ਸਾਹਮਣੇ। ਇਸ ਕਰਕੇ ਜਿਹੜੇ ਸਾਰੇ ਯੁੱਗ ਹੈ, ਸਤਿਯੁਗ, ਤ੍ਰੇਤਾ, ਦੁਆਪਰ,
ਇਹ ਸਾਰੇ ਯੁੱਗਾਂ ਤੋਂ ਤੇਰਾ ਜਿਹੜਾ ਤੇਜ ਪ੍ਰਤਾਪ ਹੋਏਗਾ ਬਹੁਤਾ। ਹੋਵਹਿ ਗੋ ਇਹ ਇਵਾਰ ਹੋਵਹਿ ਗੋ ਇਹ ਵਾਕ ਹਮਾਰਾ। ਸਾਡਾ ਇਹ ਬਚਨ ਹੈ ਵੀ ਤੇਰਾ ਪ੍ਰਤਾਪ ਸਾਰੇ ਯੁੱਗਾਂ ਨਾਲੋਂ ਜ਼ਿਆਦਾ ਹੋਏਗਾ। ਸਾਰੇ ਬੰਨੇ ਧੁੰਮਾਂ ਪੈ ਜਾਣਗੇ, ਇਹੀ ਕਹਿਣਗੇ ਕਲਯੁਗ ਆ ਗਿਆ, ਕਲਯੁਗ ਆ ਗਿਆ ਹੈ। ਤੋਰ ਕਾਲ ਕੀਰਤ ਕਰਤਾਰਾ। ਫਿਰ ਇਹ ਵੀ ਤੇਰੇ ਸਮੇਂ ਵਿੱਚ ਜਿਹੜੀ ਪਰਮੇਸ਼ਰ ਦੀ ਕੀਰਤੀ ਸਿਫਤ ਸਲਾਹ ਹੈ, ਮਹਿਮਾ ਤਾਂ ਕੀ ਬਦੈ ਅਪਾਰਾ। ਵਾਹਿਗੁਰੂ ਦੀ ਸਿਫਤ ਸਲਾਹ ਕੀਰਤੀ ਦੀ ਤੇਰੇ ਸਮੇਂ ਵਿੱਚ ਬਹੁਤ ਮਹਿਮਾ ਜ਼ਿਆਦਾ ਹੀ ਵਧੇਗੀ। ਲਾਖ ਬਰਖ ਸਤ ਜੁਗ ਕੋ ਕਰਈ। ਲਾਖ ਬਰਖ ਸਤ ਜੁਗ ਜੋ ਕਰਈ। ਕਿਉਂਕਿ ਸਤ ਯੁੱਗ ਵਿੱਚ ਲੱਖ ਵਰਿਆਂ ਦੀ ਉਮਰ ਸੀ। ਲੱਖ ਵਰਿਆਂ ਕੀ ਆ ਜਾਂ ਕੋਠੇ ਮੋੜ ਕੋਟਨਾ ਮੰਡਪ ਸਾਜੇ। ਭਾਈ ਗੁਰਦਾਸ ਜੀ ਕਹਿੰਦੇ ਆ ਵੀ ਸਤ ਯੁੱਗ ਵਿੱਚ ਲੱਖ ਵਰਿਆਂ ਦੀ ਉਮਰ ਸੀ ਤੇ ਉਹਦੇ ਵਿੱਚ ਜੋ ਜੀਵ ਹੈ ਉਹ ਸਤ ਤਪ ਜਗ ਪੂਜਾ ਦੇ ਨਾਲ ਨਾਮ ਦੀ ਕਮਾਈ ਕਰਦੇ ਸਨ। ਆਯੁਤ ਬਰਖ ਤ੍ਰੇਤੇ ਚਿਤ ਧਰਈ। ਆਯੁਤ ਬਰਖ ਤ੍ਰੇਤੇ ਚਿਤ ਧਰਈ। ਤੇ ਤ੍ਰੇਤੇ ਵਿੱਚ 10,000 ਵਰੇ ਦੀ ਉਮਰ ਸੀ ਤੇ ਉਹ ਜਗ ਪੂਜਾ ਤਪ ਤੇ ਨਾਲ ਨਾਮ ਦੀ ਕਮਾਈ ਕਰਦੇ ਸਨ, ਨਾਮ ਨੂੰ ਚੇਤੇ ਵਿੱਚ ਧਾਰਦੇ ਸੀ। ਦੁਆਪਰ ਕਰਤ ਜੇ ਬਰਖ ਹਜ਼ਾਰਾ। ਫਿਰ ਦੁਆਪਰ ਵਿੱਚ 1000 ਵਰੇ ਦੀ ਉਮਰ ਰਹਿ ਗਈ। ਉਹ ਤਪ ਤੇ ਪੂਜਾ ਹੀ ਕਰਦੇ ਸਨ ਤੇ ਨਾਲ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਸੀ। ਸੋ ਕਲ ਅਲਪ ਕਾਲ ਸੁਖ ਰਾਸਾ। ਪਰ ਕਹਿੰਦੇ ਵੀ ਉਹ ਹੁਣ ਕਲਯੁਗ ਤੇਰੇ ਸਮੇਂ ਦੇ ਵਿੱਚ ਥੋੜੇ ਸਮੇਂ ਵਿੱਚ ਹੀ ਬਹੁਤਾ ਸੁੱਖ, ਸਾਰਾ ਹੀ ਸੁੱਖ। ਪ੍ਰੀਤ ਯੁਗਤ ਹਰ ਕੀਰਤ ਕਰਈ। ਜੋ ਵੀ ਪ੍ਰੀਤੀ ਦੇ ਸਹਿਤ ਵਾਹਿਗੁਰੂ ਦੀ ਕੀਰਤੀ ਸਿਫਤ ਸਲਾਹ ਕਰੇਗਾ ਉਹਨੂੰ ਥੋੜੇ ਸਮੇਂ ਵਿੱਚ ਹੀ ਬਹੁਤਾ ਸੁੱਖ ਹੋਏਗਾ। ਪਾਓ 100 ਵਰੇ ਦੀ ਉਮਰ ਹੈ ਤੇ ਇਹ 100 ਵਰੇ ਦੀ ਉਮਰ ਵਿੱਚ ਜੋ ਵੀ ਪਰਮੇਸ਼ਰ ਦੀ ਨਾਮ ਕਮਾਈ ਕਰੇਗਾ ਉਹਨੂੰ ਬਹੁਤਾ ਹੀ ਸੁੱਖ ਹੋਏਗਾ। ਸੋ ਤਤਕਾਲ ਵਿਖੈ ਭਵ ਤਰਈ। ਉਹ ਬੜੀ ਛੇਤੀ ਸੰਸਾਰ ਸਮੁੰਦਰ ਤੋਂ ਤਰ ਜਾਏਗਾ। 100 ਵਰੇ ਜੇ ਉਹ ਤਪ ਕਰ ਲਵੇ ਤਾਂ। ਬਹਰੋ ਚਾਹਤ ਜੇ ਦੇਨ ਉਪਾਨ। ਫਿਰ ਜੇ ਤੂੰ ਵੀ ਸਾਨੂੰ ਜਿਹੜਾ ਭੇਟਾ ਦੇਣੀ ਚਾਹੁੰਦਾ ਹੈ। ਰਤਨ ਜੁੜੇ ਕੰਚਨ ਕੇ ਰਤਨ ਜੜੇ ਕੰਚਨ ਕੇ ਆਇਨ। ਰਤਨਾਂ ਨਾਲ ਜੜੇ ਹੋਏ ਸੋਨੇ ਦੇ ਘਰ। ਚਤਰਥ ਜਾਮਾ ਜਬ ਹਮ ਧਰ ਹੈ। ਉਹ ਤੂੰ ਸੁਣ ਲਾ ਵੀ ਜਦੋਂ ਅਸੀਂ ਚੌਥੇ ਜਾਮੇ ਵਿੱਚ ਸਰੀਰ ਧਾਰਾਂਗੇ, ਭਾਵ ਜਦੋਂ ਅਸੀਂ ਸ੍ਰੀ ਗੁਰੂ ਰਾਮਦਾਸ ਸਰੂਪ ਵਿੱਚ ਚੌਥਾ ਜਾਮਾ ਧਾਰਾਂਗੇ। ਮਾਇਆ ਸਹਿਤ ਲੈਨ ਤਬ ਕਰ ਹੈ। ਮਾਇਆ ਦੇ ਸਹਿਤ ਤੇਰੇ ਜਿਹੜੇ ਇਹ ਸੋਨੇ ਦੇ ਮੰਦਰ ਉਹ ਵੀ ਲੈ ਲੈਣਾ ਕਰਾਂਗੇ। ਜਿਸ ਕਰਕੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿਖੇ ਵੇਖ ਲਓ ਸੋਨਾ ਵੀ ਹੈ ਤੇ ਮਾਇਆ ਵੀ ਬੇਅੰਤ ਹੈ। ਗੁਰੂ ਨਾਨਕ ਸਾਹਿਬ ਜੀ ਮਾਇਆ ਤੋਂ ਬਹੁਤ ਨਿਰਲੇਪ ਰਹੇ ਹੈ ਤੇ ਦੂਸਰੇ ਪਾਤਸ਼ਾਹ ਜੀ ਵੀ ਤਾਪੀ ਸਮਾਧੀ ਬਹੁਤੀ ਲਾਉਂਦੇ ਸਨ ਤੇ ਮਾਇਆ ਤੋਂ ਨਿਰਲੇਪ ਪਰੇ ਪਰੇ ਰਹਿਣਾ। ਤੀਸਰੇ ਪਾਤਸ਼ਾਹ ਜੀ ਦਾ ਐਸਾ ਤਿਆਗ ਸੀ ਵੀ ਜਿੰਨਾ ਹੀ ਰਸਤ ਬਸਤ ਆਉਣੀ ਉਹ ਦਰਬਾਰ ਦੇ ਅੱਗੇ ਗੋਇੰਦਵਾਲ ਸਾਹਿਬ ਉਹਦਾ ਲੰਗਰ ਤਿਆਰ ਕਰ ਲੈਣਾ। ਗੱਡੇ ਲੱਗੇ ਰਹਿਣੇ ਅਗਲੇ ਪਾਸੇ ਕਿੰਨੇ ਦਿਨ ਕਈਆਂ ਵਪਾਰੀਆਂ ਦੇ ਰਸਤਾਂ ਬਸਤ ਸੇਵਕਾਂ ਸਿੱਖਾਂ ਦੇ। ਗੁਰੂ ਸਾਹਿਬ ਜੀ ਨੇ ਲੰਗਰ ਤਿਆਰ ਕਰਾ ਲੈਣਾ ਸੇਵਕਾਂ ਪਾਸੋਂ। ਸ਼ਾਮ ਜਦੋਂ ਪੈਣੀ ਤੇ ਉਹ ਜਿਹੜਾ ਵਧਿਆ ਹੋਇਆ ਲੰਗਰ ਜਾਂ ਦੇ ਪਸ਼ੂ ਪੰਛੀਆਂ ਨੂੰ ਛਕਾ ਦੇਣਾ ਤੇ ਜਿਹੜਾ ਕੁਝ ਵੱਧ ਜਾਣਾ ਉਹ ਬਿਆਸ ਦਰਿਆ ਦੇ ਵਿੱਚ ਮੱਛੀਆਂ ਨੂੰ ਪਾ ਦੇਣਾ। ਤੇ ਜਿਹੜੇ ਉਹ ਮਿੱਟੀ ਦੇ ਆਦਿਕ ਹੋਰ ਬਰਤਨ ਸਨ ਉਹ ਸਾਰੇ ਸਵਾਰ ਕੇ ਧੋ ਧਾ ਕੇ ਮੂਧੇ ਮਾਰ ਦੇਣੇ। ਐਵੇਂ ਰੱਖਦੇ ਨਹੀਂ ਸੀ ਕੁਝ। ਤੇ ਚੌਥੇ ਪਾਤਸ਼ਾਹ ਦਾ ਸਮਾਂ ਆਇਆ ਤੇ ਉੱਥੇ ਵੇਖੋ ਹੁਣ ਸੋਨਾ ਵੀ ਹੈ ਲੱਗਾ ਹੈ ਤੇ ਜਿਹੜੀ ਮਾਇਆ ਹੈ ਉਹ ਵੀ ਬੇਅੰਤ ਜਿਹੜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਣ ਕੇ ਡਿੱਗਦੀ ਹੈ, ਝੁਕਦੀ ਹੈ। ਐਵੇਂ ਚੌਥੇ ਜਾਮੇ ਵਿੱਚ ਮਹਾਰਾਜ ਨੇ ਸੋਨੇ ਦੇ ਮੰਦਰ ਵੀ ਗ੍ਰਹਿਣ ਕੀਤੇ ਸਨ ਤੇ ਮਾਇਆ ਵੀ ਗ੍ਰਹਿਣ ਕੀਤੀ ਸੀ। ਜਿਸ ਕਰਕੇ ਗੁਰੂ ਸਾਹਿਬ ਜੀ ਕਹਿ ਰਹੇ ਆ ਵੀ ਕਲਯੁਗ ਚੌਥਾ ਹੀ ਜਾਮਾ ਧਾਰਾਂਗੇ ਗੁਰੂ ਰਾਮਦਾਸ ਜੀ ਸਰੂਪ ਵਿੱਚ
ਉਦੋਂ ਤੇਰੇ ਮਾਇਆ ਦੇ ਸਹਿਤ ਸੋਨੇ ਦੇ ਮੰਦਰ ਮਕਾਨ ਵੀ ਗ੍ਰਹਿਣ ਕਰ ਲਵਾਂਗੇ, ਲੈ ਲਵਾਂਗੇ। ਸੁਨ ਕਰ ਕਲ ਜੁਗ ਔਰ ਹਰ ਖਾਨਾ। ਸੁਣ ਕਰਕੇ ਗੁਰੂ ਸਾਹਿਬ ਜੀ ਤੋਂ ਕਲਯੁਗ ਬਹੁਤ ਖੁਸ਼ ਹੋਇਆ। ਕਰ ਪਦ ਬੰਦਨ ਬਚਨ ਬਖਾਨਾ। ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਮੱਥਾ ਟੇਕ ਕੇ ਕਹਿਣ ਲੱਗਾ, ਤੁਮ ਸੰਗਤ ਕੋ ਨਿਕਟ ਨਾ ਜਾਹੋ। ਕਹਿਣ ਲੱਗਾ, ਮਹਾਰਾਜ ਮੇਰਾ ਵੀ ਆਪ ਜੀ ਨਾਲ ਬਚਨ ਹੈ, ਜਿੱਥੇ ਸਹੀ ਰੂਪ ਵਿੱਚ ਤੁਹਾਡੀ ਸੰਗਤ ਹੋਵੇਗੀ, ਸੱਚੀ ਸੁੱਚੀ ਨਾਮ ਦੀ ਜਿੱਥੇ ਅਭਿਆਸ ਹੋਣਗੇ, ਕਥਾ ਕੀਰਤਨ ਹੋਏਗੀ, ਉੱਥੇ ਮੈਂ ਨੇੜੇ ਨਹੀਂ ਜਾਵਾਂਗਾ ਸਤਸੰਗੀਆਂ ਕੋਲ। ਆਨ ਜੀਵ ਦੰਬੀ ਦੁਖ ਦਹਿ। ਹੋਰ ਜਿਹੜੇ ਜੀਵ ਹੈ ਨਾ, ਉਹਨਾਂ ਨੂੰ ਤੇ ਮੈਂ ਬਹੁਤ ਜੀਵਾਂ ਨੂੰ ਤੇ ਪਖੰਡੀਆਂ ਨੂੰ ਦੁੱਖ ਦੇਵਾਂਗਾ, ਉਹਨਾਂ ਦੀ ਤੇ ਹੋਸ਼ ਭੁਲਾ ਕੇ ਰੱਖ ਦਿਆਂਗਾ। ਤੁਮਾਰੇ ਬਚਨ ਜੇ ਸਿੱਖ ਕਮਾਵਹਿ। ਫਿਰ ਇਹ ਵੀ ਸਤਿਗੁਰੂ ਜੀ ਜਿਹੜੇ ਤੁਹਾਡੇ ਗੁਰਬਾਣੀ ਵਿੱਚ ਕਹੇ ਹੋਏ ਬਚਨ ਹੈ, ਉਹਨਾਂ ਬਚਨਾਂ ਨੂੰ ਪੜ੍ਹ ਸੁਣ ਕੇ ਜਿਹੜੇ ਆਪ ਜੀ ਦੇ ਸਿੱਖ ਕਮਾਉਣਗੇ, ਕਮਾਈ ਕਰਨਗੇ, ਧਾਰਨ ਕਰਨਗੇ, ਤਿਨ ਪਰ ਮੋਰਾ ਕਾਛ ਨਾ ਬਸਾਵਹਿ। ਉਹਨਾਂ ਉੱਪਰ ਮੇਰਾ ਕੁਝ ਵਸ ਨਹੀਂ ਚੱਲੇਗਾ, ਨਾ ਮੈਂ ਚਲਾਉਣ ਦੇ ਯੋਗ ਹੀ ਹਾਂ ਜੀ। ਭੇਟ ਦੇ ਬਰ ਗੁਰ ਤੇ ਲੈ ਕਰ। ਐਵੇਂ ਆਪਣੀ ਇਹ ਭੇਟਾ ਜੀ ਦੇ ਕਰਕੇ ਤੇ ਗੁਰੂ ਪਾਸੋਂ ਜਿਹੜਾ ਹੈ ਵਰ ਲੈ ਕਰਕੇ ਵਿਦਾ ਭਇਓ ਚਰਨਨ ਪਰ ਸਿਰ ਧਰ। ਫਿਰ ਵਿਦਾ ਹੋ ਗਿਆ। ਸਤਿਗੁਰ ਜੀ ਦੇ ਚਰਨਾਂ ਉੱਪਰ ਸੀਸ ਰੱਖ ਕੇ ਵਿਦਾਇਗੀ ਲੈ ਲਈ ਹੈ ਕਲਯੁਗ ਨੇ। ਪੜ੍ਹੈ ਸੁਨਹਿ ਸ਼ਰਦਾ ਔਰ ਥਾਪੈ। ਕਹਿ ਫਿਰ ਇਹ ਗੁਰੂ ਸਾਹਿਬ ਜੀ ਦੇ ਇਹ ਪ੍ਰਸੰਗ ਦੀ ਮਹਿਮਾ ਕਰਦੇ ਹੋਏ ਕਵੀ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹੈ ਵੀ ਜੋ ਕਲਯੁਗ ਦੇ ਨਾਲ ਭੇਟ ਹੋਈ ਸਤਿਗੁਰੂ ਜੀ ਦੀ, ਇਹ ਜੋ ਪ੍ਰਸੰਗ ਹੈ, ਜਿਹੜਾ ਵੀ ਗੁਰੂ ਕਾ ਪਿਆਰਾ ਸਿੱਖ ਇਹਨੂੰ ਪ੍ਰੇਮ ਨਾਲ ਪੜ੍ਹੇਗਾ, ਪ੍ਰੇਮ ਨਾਲ ਸੁਣੇਗਾ, ਫਿਰ ਹਿਰਦੇ ਵਿੱਚ ਸ਼ਰਧਾ ਨੂੰ ਥਾਪੇ ਕਹੀਏ, ਸ਼ਰਧਾ ਇਹ ਸਥਿਤ ਕਰੇਗਾ, ਧਾਰਨ ਕਰੇਗਾ। ਤਿਨ ਪਰ ਕਲਯੁਗ ਨਹੀਂ ਵਿਆਪੈ। ਉਹਦੇ ਉੱਪਰ ਕਲਯੁਗ ਜਿਹੜਾ ਵਿਆਪੇਗਾ ਨਹੀਂ, ਲੱਗੇਗਾ ਨਹੀਂ, ਉਹਨੂੰ ਕਲਯੁਗ ਪੋਹ ਨਹੀਂ ਸਕੇਗਾ। ਇਹ ਕਵੀ ਸਾਹਿਬ ਜੀ ਇੱਥੇ ਪ੍ਰਸੰਗ ਦੇ ਵਿੱਚ ਪ੍ਰਸੰਗ ਸੁਣਾ ਕੇ ਤੇ ਪ੍ਰਸੰਗ ਦੇ ਸੁਣਦਾ ਪੜ੍ਹਦਾ ਮਹਾਤਮ ਵੀ ਦੱਸ ਰਹੇ ਹੈ। ਗਮਨੇ ਸ੍ਰੀ ਗੁਰ ਬੋਹਰ ਅਗਾਰੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਜਿਹੜਾ ਮੋੜੈ ਫਿਰ ਅਗਲੇ ਪਾਸੇ ਚੱਲੇ ਐ। ਲੋਕ ਉਦਾਹਰਨ ਪਰ ਉਪਕਾਰੀ। ਜੋ ਗੁਰੂ ਬੜੇ ਪਰਉਪਕਾਰੀ ਹੈ ਤੇ ਸਾਰੇ ਲੋਕਾਂ ਦਾ ਉਦਾਹਰਨ ਕਰਨ ਵਾਸਤੇ ਆਏ ਹੋਏ ਹੈ। ਜੋ ਸਤਿਗੁਰੂ ਜੀ ਨੇ ਪਰਉਪਕਾਰੀ ਧਾਰਨ ਕੀਤਾ ਹੋਇਆ ਹੈ ਕਿ ਜੀਵਾਂ ਦਾ ਉਧਾਰ ਹੀ ਕਰਨਾ ਹੈ। ਐਵੇਂ ਪਰਉਪਕਾਰੀ ਗੁਰੂ ਪਿਆਰੇ ਸਤਿਗੁਰੂ ਜੀ ਜੀਵਾਂ ਦੇ ਉਧਾਰ ਕਰਨ ਵਾਸਤੇ ਅਗਲੇ ਪਾਸੇ ਚੱਲੇ ਹੈ। ਏਤ ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ ਕਲਯੁਗ ਪ੍ਰਸੰਗ ਵਰਣਨ ਨਾਮ ਦਸਮੋ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਜਿਹੜੇ 10 ਅਧਿਆਏ ਉਹ ਸਮਾਪਤ ਹੋ ਗਏ। ਜਿਸ 10ਵੇਂ ਅਧਿਆਏ ਵਿੱਚ ਕਲਯੁਗ ਦੇ ਨਾਲ ਸਤਿਗੁਰੂ ਜੀ ਦੀ ਭੇਟ ਹੋਈ ਤੇ ਕਲਯੁਗ ਨੂੰ ਵਰ ਬਖਸ਼ੇ ਤੇ ਕਲਯੁਗ ਨੇ ਜਿਹੜੇ ਆਪਣੇ ਗੁਨਾਹ ਮਾਫ ਕਰਵਾਏ ਤੇ ਨਾਲ ਹੀ ਸਤਿਗੁਰੂ ਜੀ ਪਾਸੋਂ ਵਰ ਲੈ ਕੇ ਕਲਯੁਗ ਵਾਪਸ ਵਿਦਾ ਹੋਇਆ ਸੀ। ਇਹ ਪ੍ਰਸੰਗ ਆਪਾਂ ਸਰਵਣ ਕੀਤੇ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣ ਆ ਰਿਹਾ ਬਖਸ਼ ਲੈਣਾ ਜੀ। ਇਸੇ ਪ੍ਰਸੰਗ ਦੇ ਨਾਲ ਹੀ ਜਿਹੜੇ ਕਲਯੁਗ ਦੇ ਵੀ ਕਿੱਥੇ ਸਤਿਗੁਰੂ ਜੀ ਦੀ ਭੇਟ ਹੋਈ ਹੈ ਕਲਯੁਗ ਨਾਲ, ਜਿਵੇਂ ਕਵੀ ਜੀ ਨੇ ਇੱਥੇ ਉਹ ਇਹ ਉੜੀਸਾ ਵਿੱਚ ਹੀ ਹੋਈ ਹੈ, ਉਸ ਦੇ ਸੰਬੰਧ ਵਿੱਚ ਪ੍ਰਸੰਗ ਲਿਖਿਆ ਹੈ। ਪਰ ਸੰਪਰਦਾ ਦੇ ਵਿੱਚ ਜਿਵੇਂ ਥੋੜ੍ਹਾ ਖੋਲ੍ਹ ਕੇ ਹੋਰ ਦੱਸਿਆ ਜਾਂਦਾ ਹੈ, ਉਹ ਆਪਾਂ ਕੱਲ੍ਹ ਜਿਹੜਾ ਸਰਵਣ ਕਰ ਲਵਾਂਗੇ। ਹੁਣ ਸਮਾਂ ਆਪਣਾ ਪੂਰਾ ਹੋ ਗਿਆ, ਇਸ ਕਰਕੇ ਤੇ ਸਮਾਪਤੀ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਪੜ੍ਹੈ ਸੁਨਹਿ ਸਰਦਾ ਔਰ ਥਾਪੈ ਤਿਨ ਪਰ ਕਲਯੁਗ ਨਹੀਂ ਵਿਆਪੈ। ਗਮਨੇ ਸ੍ਰੀ ਗੁਰ ਬੋਹਰ ਅਗਾਰੀ ਲੋਕ ਉਦਾਹਰਨ ਪਰ ਉਪਕਾਰੀ।
ਏਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਕਲ ਯੁਗ ਪ੍ਰਸੰਗ ਵਰਣਨ ਨਾਮ ਦਸਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।